ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ 'ਤੇ। ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ। ਲਾਲ ਜੋੜਾ, ਹੱਥਾਂ 'ਤੇ ਮਹਿੰਦੀ ਤੇ ਮੱਥੇ 'ਤੇ ਚਮਕਦੀ ਬਿੰਦੀ ਤੇ ਬਾਹਾਂ ਵਿੱਚ ਚੂੜਾ ਪਾ ਕੇ ਹਾਰ ਸ਼ਿੰਗਾਰ ਕਰਕੇ ਵਿੱਚ ਮੰਡਪ 'ਤੇ ਬੈਠੀ ਦੁਲਹਨ ਰੋ ਰਹੀ ਸੀ। ਮੰਡਪ ਤੱਕ ਆਈ ਬਰਾਤ ਵਾਪਸ ਜਾ ਚੁੱਕੀ ਸੀ। ਮੰਡਪ ਵਿੱਚ ਸਜਿਆ ਸਾਰਾ ਸਮਾਨ ਉਸ ਤਰ੍ਹਾਂ ਹੀ ਪਿਆ ਸੀ। ਕੁੜੀ ਦੇ ਪਾਪਾ ਇੱਕ ਪਾਸੇ ਗੁੰਮਸੁੰਮ ਬੈਠੇ ਸੀ। ਮਾਂ, ਭੈਣ ਤੇ ਭਰਾ ਦਾ ਰੋ ਰੋ ਕੇ ਬੁਰਾ ਹਾਲ ਸੀ। ਅੱਜ ਉਹਨਾਂ ਦੇ ਦਰਵਾਜ਼ੇ ਤੋਂ ਲਾੜਾ ਆਪਣੀ ਦੁਲਹਨ ਲਏ ਬਿਨਾਂ ਹੀ ਵਾਪਸ ਚਲਾ ਗਿਆ। ਪਿੰਡ, ਬਰਾਦਰੀ, ਘਰ ਸਮਾਜ ਵਿੱਚ ਉਹਨਾਂ ਦੀ ਮਾਨ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸੀ। ਕੋਈ ਕੁਝ ਵੀ ਆ ਕੇ ਕਹਿ ਜਾ ਰਿਹਾ ਸੀ। ਮਾਸਟਰ ਸਾਹਿਬ ਹਰ ਆਉਣ ਜਾਣ ਵਾਲੇ ਦੇ ਸਾਹਮਣੇ ਪੱਥਰ ਦੀ ਮੂਰਤੀ ਬਣ ਕੇ ਬੈਠੇ ਹੋਏ ਸੀ। ਉਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਉਹ ਕਿਸੇ ਨੂੰ ਕੀ ਜਵਾਬ ਦੇਣ। ਸਾਲਾਂ ਤੋਂ ਕਮਾਈ ਇੱਜ਼ਤ, ਮਾਨ ਮਰਿਆਦਾ ਸਭ ਮਿੱਟੀ ਵਿੱਚ ਮਿਲ ਗਈ। ਇਸ ਤਰ੍ਹਾਂ ਲੱਗ ਰਿਹਾ ਸੀ ਜ਼ੁਬਾਨ ਨੂੰ ਜਿਵੇਂ ਲਕਵਾ ਹੋ ਗਿਆ ਹੈ। ਜਿਸ ਸ਼ੌਂਕ ਅਰਮਾਨ ਨਾਲ ਉਹਨਾਂ ਨੇ ਆਪਣੀ ਧੀ ਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਸੀ, ਇਹ ਨਹੀਂ ਸੋਚਿਆ ਸੀ ਕਿ ਉਹਨਾਂ ਖੁਸ਼ੀਆਂ 'ਤੇ ਇਸ ਤਰ੍ਹਾਂ ਪਾਣੀ ਫਿਰ ਜਾਏਗਾ। ਲਵਪ੍ਰੀਤ ਇੱਕ ਸਧਾਰਨ ਪਰਿਵਾਰ ਦੀ ਕੁੜੀ ਸੀ। ਪੜ੍ਹਨ ਵਿੱਚ ਹੁਸ਼ਿਆਰ ਸੀ ਤਾਂ ਸੁਪਨੇ ਵੀ ਹਮੇਸ਼ਾ ਵੱਡੇ ਹੀ ਦੇਖਦੀ ਸੀ। ਪਰ ਮਾਸਟਰ ਸਾਹਿਬ ਜਾਣੀ ਕਿ ਗੁਰਮੇਲ ਸਿੰਘ, ਲਵਪ੍ਰੀਤ ਦੇ ਪਾਪਾ ਦੇ ਕੋਲ ਇੰਨੇ ਪੈਸੇ ਨਹੀਂ ਸੀ ਕਿ ਉਹ ਆਪਣੀ ਬੇਟੀ ਦੇ ਸਾਰੇ ਸੁਪਨੇ ਪੂਰੇ ਕਰ ਸਕਦੇ, ਉਸ ਦੇ ਸੁਪਨਿਆਂ ਵਿੱਚ ਰੰਗ ਭਰ ਸਕਦੇ ਤੇ ਉਸ ਦੇ ਸੁਪਨਿਆਂ ਨੂੰ ਪ੍ਰਵਾਨ ਚੜ੍ਹਾ ਸਕਦੇ। ਘਰ ਵਿੱਚ 2 ਹੋਰ ਛੋਟੇ ਭੈਣ ਭਰਾ ਵੀ ਸੀ ਤਾਂ ਉਹਨਾਂ ਨੂੰ ਵੀ ਪੜ੍ਹਾਉਣ ਲਿਖਾਉਣ ਦੀ ਜ਼ਿੰਮੇਵਾਰੀ ਪਾਪਾ ਦੀ ਹੀ ਸੀ। ਲਵਪ੍ਰੀਤ ਹਮੇਸ਼ਾ ਇਹੀ ਸੋਚਦੀ ਕਿ ਉਹ ਪੜ੍ਹ ਲਿਖ ਕੇ ਇੱਕ ਵਕੀਲ ਬਣੇਗੀ। ਉਹਨਾਂ ਸਾਰੀਆਂ ਔਰਤਾਂ ਦੀ ਮਦਦ ਕਰੇਗੀ ਜਿਨ੍ਹਾਂ ਦੇ ਨਾਲ ਅਨਿਆਂ ਹੁੰਦਾ ਹੈ, ਜਿਨ੍ਹਾਂ ਨੂੰ ਲੋਕ ਬੇਟਾ ਪੈਦਾ ਨਾ ਕਰਨ ਦੀ ਵਜ੍ਹਾ ਕਰਕੇ ਛੱਡ ਦਿੰਦੇ ਆ। ਜੋ ਦਹੇਜ ਪੇਕਿਆਂ ਤੋਂ ਚੰਗਾ ਨਹੀਂ ਲੈ ਕੇ ਆਉਂਦੀਆਂ, ਉਹਨਾਂ ਨੂੰ ਲੋਕ ਛੱਡ ਦਿੰਦੇ ਆ। ਕਦੇ ਕਦੇ ਤਾਂ ਕੋਈ ਕੁੜੀ ਮੁੰਡੇ ਵਰਗੀ ਸੋਹਣੀ ਨਹੀਂ ਹੁੰਦੀ ਤਾਂ ਵੀ ਛੱਡ ਦਿੱਤੀ ਜਾਂਦੀ ਹੈ। ਪਰ ਸੁਪਨੇ ਦੇਖਣਾ ਅਲੱਗ ਗੱਲ ਹੈ ਤੇ ਸੁਪਨਿਆਂ ਵਿੱਚ ਰੰਗ ਭਰਨ ਦੇ ਲਈ ਹੌਸਲੇ ਤੇ ਪਰਿਵਾਰ ਦੀ ਸਪੋਰਟ ਦੀ ਜ਼ਰੂਰਤ ਹੁੰਦੀ ਹੈ। ਹੌਸਲਾ ਉਸ ਦੇ ਕੋਲ ਬਹੁਤ ਸੀ ਪਰ ਪਰਿਵਾਰ ਦੀ ਸਪੋਰਟ ਨਹੀਂ ਸੀ। ਗੁਰਮੇਲ ਸਿੰਘ ਜੀ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਾਉਂਦੇ ਸੀ। ਤਨਖਾਹ ਵੀ ਠੀਕ ਠਾਕ ਮਿਲ ਜਾਂਦੀ ਸੀ ਪਰ ਉਹਨਾਂ ਪੈਸਿਆਂ ਨਾਲ ਬੱਚਿਆਂ ਦੀ ਪੜ੍ਹਾਈ ਲਿਖਾਈ ਤੇ ਘਰ ਦਾ ਖਰਚਾ ਬੜੀ ਮੁਸ਼ਕਲ ਨਾਲ ਚੱਲਦਾ ਸੀ ਤੇ ਉਹਨਾਂ ਦੇ ਸਿਰ 'ਤੇ 2 ਬੇਟੀਆਂ ਨੂੰ ਵਿਆਹੁਣ ਦੀ ਜ਼ਿੰਮੇਵਾਰੀ ਵੀ ਸੀ। ਦਹੇਜ ਦੇਣ ਦੇ ਲਈ ਉਹਨਾਂ ਦੇ ਕੋਲ ਇੰਨੇ ਪੈਸੇ ਨਹੀਂ ਸੀ ਕਿ ਉਹ ਆਪਣੀਆਂ ਬੇਟੀਆਂ ਨੂੰ ਵਿਆਹ ਦੇ ਲਈ ਚੰਗਾ ਖਾਸਾ ਦਹੇਜ ਦੇ ਸਕਦੇ। ਇਸ ਲਈ ਉਹ ਚਾਹੁੰਦੇ ਸੀ ਕਿ ਲਵਪ੍ਰੀਤ ਦਾ ਵਿਆਹ ਪਹਿਲਾਂ ਕਰ ਦਿੱਤਾ ਜਾਏ ਤਾਂ ਕਿ ਕੁਝ ਸਮੇਂ ਤੱਕ ਰੁਕ ਕੇ ਦੂਜੀ ਬੇਟੀ ਦੇ ਲਈ ਵੀ ਥੋੜ੍ਹਾ ਬਹੁਤ ਦਹੇਜ ਦੇਣ ਲਈ ਪੈਸੇ ਜਮ੍ਹਾਂ ਕਰ ਸਕਾਂ। ਲਵਪ੍ਰੀਤ ਅੱਗੇ ਹੋਰ ਪੜ੍ਹਨਾ ਚਾਹੁੰਦੀ ਸੀ ਪਰ ਗੁਰਮੇਲ ਸਿੰਘ ਨੇ ਆਪਣੀ ਗਰੀਬੀ ਦਾ ਰੋਣਾ ਰੋਇਆ ਤੇ ਜਿਵੇਂ ਕਿਵੇਂ ਕਰਕੇ ਉਸ ਨੂੰ ਵਿਆਹ ਦੇ ਲਈ ਮਨਾ ਲਿਆ। ਹਰ ਮਾਂ-ਪਿਓ ਦੇ ਲਈ ਬੇਟੀ ਵੱਧਦੀ ਉਮਰ ਦੇ ਨਾਲ ਬੋਝ ਕਿਉਂ ਲੱਗਣ ਲੱਗ ਜਾਂਦੀ ਹੈ। ਲਵਪ੍ਰੀਤ ਇਹ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਪਰ ਮੰਮੀ ਪਾਪਾ ਦੀ ਖੁਸ਼ੀ ਦੇ ਲਈ ਉਸਨੇ ਆਪਣੇ ਪੜ੍ਹਨ ਲਿਖਣ ਦੀ ਇੱਛਾ ਨੂੰ ਦਬਾ ਲਿਆ। ਰਾਜਨੀਤਿਕ ਤੇ ਸਮਾਜਿਕ ਸ਼ਾਸਤਰ ਨਾਲ BA ਕਰਨ ਦੇ ਬਾਅਦ ਉਹ LLB ਕਰਕੇ ਇੱਕ ਵਕੀਲ ਬਣਨਾ ਚਾਹੁੰਦੀ ਸੀ ਜੋ ਗਰੀਬ ਤੇ ਮਜ਼ਲੂਮ ਔਰਤਾਂ ਨੂੰ ਇਨਸਾਫ ਦਿਵਾਉਣਾ ਚਾਹੁੰਦੀ ਸੀ। ਪਰ ਉਸ ਨੂੰ ਨਹੀਂ ਪਤਾ ਸੀ ਕਿ ਅੱਜ ਉਹ ਖੁਦ ਹੀ ਮਜ਼ਲੂਮ ਔਰਤ ਬਣ ਕੇ ਬੈਠੀ ਹੋਈ ਹੈ ਬਿਨਾਂ ਕਿਸੇ ਕਾਰਨ ਦੇ। ਉਸ ਨੂੰ ਸਾਰਿਆਂ ਦੇ ਸਾਹਮਣੇ ਅਪਮਾਨਿਤ ਕਰਕੇ ਛੱਡ ਦਿੱਤਾ ਗਿਆ। ਲਵਪ੍ਰੀਤ ਮੰਡਪ ਵਿੱਚ ਇਸ ਤਰ੍ਹਾਂ ਬੈਠ ਕੇ ਰੋ ਰਹੀ ਸੀ ਤੇ ਫਿਰ ਹਿੰਮਤ ਕਰਕੇ ਲਵਪ੍ਰੀਤ ਦੀ ਮੰਮੀ ਲਵਪ੍ਰੀਤ ਦੇ ਕੋਲ ਉੱਠ ਕੇ ਆਈ ਤੇ ਕਹਿੰਦੀ, ਬੇਟਾ ਇਸ ਤਰ੍ਹਾਂ ਕਦੋਂ ਤੱਕ ਬੈਠੀ ਰਹੇਂਗੀ? ਚੱਲ ਅੰਦਰ ਚੱਲ। ਲਵਪ੍ਰੀਤ ਉੱਠ ਕੇ ਆਪਣੀ ਮੰਮੀ ਦੇ ਨਾਲ ਘਰ ਚਲੀ ਗਈ। ਘਰੇ ਜਾ ਕੇ ਆਪਣੇ ਕਮਰੇ ਦੇ ਡਰੈਸਿੰਗ ਟੇਬਲ ਦੇ ਸਾਹਮਣੇ ਬੈਠ ਕੇ ਆਪਣੇ ਹਾਰ ਸ਼ਿੰਗਾਰ ਨੂੰ ਦੇਖਣ ਲੱਗੀ ਤੇ ਸੋਚਣ ਲੱਗੀ, ਇਹ ਹਾਰ ਸ਼ਿੰਗਾਰ ਅਜੇ ਕੁਝ ਦੇਰ ਪਹਿਲਾਂ ਮੇਰੀਆਂ ਖੁਸ਼ੀਆਂ ਵਧਾ ਰਿਹਾ ਸੀ ਪਰ ਹੁਣ ਇਹ ਮੈਨੂੰ ਜ਼ਹਿਰੀਲੇ ਤੀਰ ਦੀ ਤਰ੍ਹਾਂ ਚੁਭ ਰਿਹਾ ਹੈ। ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਕਿ ਕੁਝ ਦੇਰ ਤੱਕ ਇਹ ਮੇਰੇ ਸਰੀਰ 'ਤੇ ਹੋ ਰਿਹਾ ਤਾਂ ਮੈਂ ਇਸ ਦੇ ਜ਼ਹਿਰ ਨਾਲ ਮਰ ਜਾਵਾਂਗੀ। ਸਾਰੀ ਰਾਤ ਲਵਪ੍ਰੀਤ ਰੋਂਦੀ ਰਹੀ ਤੇ ਸੋਚਦੀ ਰਹੀ
ਕਿ ਲੜਕੀ ਹੋਣਾ ਸੱਚਮੁੱਚ ਇੰਨਾ ਵੱਡਾ ਗੁਨਾਹ ਹੈ ਕਿ ਦਹੇਜ ਵਿੱਚ ਕੁਝ ਪੈਸੇ ਨਾ ਮਿਲਣ ਦੀ ਵਜ੍ਹਾ ਕਰਕੇ ਉਸ ਨੂੰ ਅਪਮਾਨਿਤ ਕਰਕੇ ਇਸ ਤਰ੍ਹਾਂ ਮੰਡਪ ਵਿੱਚ ਛੱਡ ਕੇ ਚਲੇ ਗਏ। ਲਵਪ੍ਰੀਤ 2 ਦਿਨ ਤੋਂ ਲਗਾਤਾਰ ਰੋ ਰਹੀ ਸੀ। ਨਾਲ ਉਸਦੇ ਪਾਪਾ ਵੀ ਓਨੇ ਹੀ ਦੁਖੀ ਦਿਸ ਰਹੇ ਸੀ। ਆਪਣੀ ਬੇਟੀ ਨੂੰ ਇਸ ਤਰ੍ਹਾਂ ਰੋਂਦਾ ਹੋਇਆ ਦੇਖ ਕੇ ਪਿੰਡ ਦੇ ਲੋਕ ਆਉਂਦੇ, ਉਹਨਾਂ ਦੇ ਮੂੰਹ 'ਤੇ ਉਹਨਾਂ ਲਈ ਹਮਦਰਦੀ ਦੇ ਬੋਲ ਦਿੰਦੇ, ਪਰ ਪਿੱਠ ਪਿੱਛੇ ਇਹੀ ਕਹਿੰਦੇ ਕਿ ਜ਼ਰੂਰ ਕੁੜੀ ਨੇ ਕੋਈ ਗੁਣ ਖਿਲਾਏ ਹੋਣਗੇ, ਤਾਂ ਹੀ ਬਰਾਤ ਦਰਵਾਜ਼ੇ ਤੋਂ ਵਾਪਸ ਚਲੀ ਗਈ। ਨਹੀਂ ਤਾਂ ਅੱਜ ਤੱਕ ਤਾਂ ਅਸੀਂ ਨਹੀਂ ਸੁਣਿਆ ਕਿ ਕਿਸੇ ਕੁੜੀ ਨੂੰ ਇਸ ਤਰ੍ਹਾਂ ਛੱਡ ਕੇ ਕੋਈ ਚਲਾ ਜਾਏ। ਜਦੋਂ ਲਵਪ੍ਰੀਤ ਦੀ ਮੰਮੀ ਪਾਪਾ ਲੋਕਾਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਤਾਂ ਹੋਰ ਜ਼ਿਆਦਾ ਦੁਖੀ ਹੋ ਜਾਂਦੇ। 2 ਦਿਨ ਲਗਾਤਾਰ ਰੋਣ ਤੋਂ ਬਾਅਦ ਲਵਪ੍ਰੀਤ ਨੇ ਆਪਣੇ ਹੰਝੂ ਪੂੰਝੇ ਤੇ ਕਹਿੰਦੀ, ਪਾਪਾ, ਇਸ ਤਰ੍ਹਾਂ ਪਿੰਡ ਵਾਲਿਆਂ ਦੇ ਤਾਨੇ ਸੁਣ ਕੇ ਤੇ ਰੋਣ ਨਾਲ ਕੁਝ ਨਹੀਂ ਹੋਣ ਵਾਲਾ। ਤੁਸੀਂ ਜਿੰਨੇ ਪੈਸੇ ਮੁੰਡੇ ਵਾਲਿਆਂ ਨੂੰ ਦਹੇਜ ਵਿੱਚ ਦੇਣਾ ਚਾਹੁੰਦੇ ਸੀ ਓਨੇ ਪੈਸੇ ਮੈਨੂੰ ਦੇ ਦਿਓ। ਮੈਂ ਆਪਣੀ ਅੱਗੇ ਦੀ ਪੜ੍ਹਾਈ ਉਹਨਾਂ ਪੈਸਿਆਂ ਨਾਲ ਕਰਨਾ ਚਾਹੁੰਦੀ ਹਾਂ। ਗੁਰਮੇਲ ਸਿੰਘ ਕਹਿੰਦੇ, ਬੇਟਾ, ਪੈਸੇ ਤਾਂ ਮੈਂ ਦੇ ਦਿਆਂਗਾ, ਪਰ ਪਿੰਡ ਵਾਲੇ ਤੈਨੂੰ ਤਾਨੇ ਮਾਰ ਕੇ ਹਰ ਵਕਤ ਇਸ ਤਰ੍ਹਾਂ ਹੀ ਦੁਖੀ ਕਰਦੇ ਰਹਿਣਗੇ ਤਾਂ ਕਿਵੇਂ ਘਰੋਂ ਬਾਹਰ ਨਿਕਲ ਕੇ ਜਾਏਂਗੀ ਪੜ੍ਹਨ ਲਈ। ਲਵਪ੍ਰੀਤ ਕਹਿੰਦੀ, ਪਾਪਾ, ਹੁਣ ਮੈਂ ਇਸ ਪਿੰਡ ਵਿੱਚ ਰਹਿ ਕੇ ਪੜ੍ਹਾਈ ਕਰਾਂਗੀ ਹੀ ਨਹੀਂ, ਮੈਂ ਸ਼ਹਿਰ ਜਾਵਾਂਗੀ, ਹੋਸਟਲ ਵਿੱਚ ਰਹਿ ਕੇ ਉੱਥੇ ਪੜ੍ਹਾਂਗੀ। ਗੁਰਮੇਲ ਸਿੰਘ ਕਹਿੰਦੇ, ਪਰ ਬੇਟਾ, ਇਸ ਤਰ੍ਹਾਂ ਘਰ ਛੱਡ ਕੇ ਸ਼ਹਿਰ ਵਿੱਚ ਰਹਿਣਾ ਕੀ ਠੀਕ ਹੋਏਗਾ? ਲਵਪ੍ਰੀਤ ਕਹਿੰਦੀ, ਪਾਪਾ, ਤੁਸੀਂ ਹਰ ਵਾਰ ਕੀ ਇਹ ਠੀਕ ਹੋਏਗਾ ਦੂਜਿਆਂ ਦੇ ਬਾਰੇ ਕਿਉਂ ਹਰ ਵਾਰ ਸੋਚਦੇ ਹੋ? ਕਦੇ ਤੁਸੀਂ ਮੇਰੇ ਬਾਰੇ ਕਿਉਂ ਨਹੀਂ ਸੋਚਦੇ? 2 ਦਿਨਾਂ ਵਿੱਚ ਮੈਂ ਰੋ ਕੇ ਆਪਣੀ ਹਾਲਤ ਖਰਾਬ ਕਰ ਲਈ, ਪਰ ਉਸ ਵਿੱਚ ਮੈਂ ਹਾਰ ਕੇ ਕੁਝ ਕਰ ਲੈਂਦੀ ਤਾਂ ਪਿੰਡ ਵਾਲੇ ਕੀ ਸੋਚਣਗੇ ਕੀ ਨਹੀਂ ਸੋਚਣਗੇ, ਤੁਸੀਂ ਸੋਚਦੇ ਹੀ ਰਹਿ ਜਾਂਦੇ। ਪਰ ਨਹੀਂ, ਮੈਂ ਇੰਨੀ ਡਰਪੋਕ ਨਹੀਂ ਹਾਂ ਕਿ ਮੈਂ ਪਿੰਡ ਵਾਲਿਆਂ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਲਵਾਂ, ਲੋਕਾਂ ਦੇ ਤਾਨੇ ਸੁਣ ਕੇ ਮਰ ਜਾਵਾਂ। ਜੋ ਛੱਡ ਗਿਆ ਹੈ ਉਸ ਨੂੰ ਦਹੇਜ ਚਾਹੀਦਾ ਸੀ, ਪਰ ਉਹਨਾਂ ਦਹੇਜ ਲੋਭੀਆਂ ਨੂੰ ਇਹ ਨਹੀਂ ਪਤਾ ਕਿ ਉਹ ਕੀ ਛੱਡ ਕੇ ਗਏ ਆ। ਮੈਂ ਇਹਨਾਂ ਪਿੰਡ ਵਾਲਿਆਂ ਨੂੰ ਤੇ ਉਹਨਾਂ ਦਹੇਜ ਦੇ ਲੋਭੀਆਂ ਨੂੰ ਵੀ ਕੁਝ ਬਣ ਕੇ ਦਿਖਾਉਂਗੀ, ਤੇ ਜਦੋਂ ਸਭ ਨੂੰ ਅਹਿਸਾਸ ਹੋ ਜਾਏਗਾ ਕਿ ਮੈਂ ਕੋਈ ਉਹ ਕਮਜ਼ੋਰ ਕੁੜੀ ਨਹੀਂ ਹਾਂ ਜੋ ਵਿਆਹ ਟੁੱਟ ਜਾਣ 'ਤੇ ਆਪਣੇ ਆਪ ਨੂੰ ਹਨੇਰੇ ਵਿੱਚ ਧੱਕ ਦੇਵਾਂ। ਪਰਮਾਤਮਾ ਦੀ ਬਣਾਈ ਇਸ ਦੁਨੀਆ ਵਿੱਚ ਮੈਨੂੰ ਵੀ ਗਰਵ ਨਾਲ ਸਿਰ ਚੁੱਕ ਕੇ ਜੀਣ ਦਾ ਅਧਿਕਾਰ ਹੈ, ਓਨਾ ਹੀ ਹੈ ਜਿੰਨਾ ਬਾਕੀ ਸਾਰਿਆਂ ਨੂੰ। ਤਾਂ ਮੈਂ ਇਸ ਤਰ੍ਹਾਂ ਦੁਖੀ ਹੋ ਕੇ ਕਿਉਂ ਬੈਠੀ ਰਹਾਂ? ਮੈਨੂੰ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਪਏਗਾ। ਲਾਲਚੀ ਤਾਂ ਉਹ ਦਹੇਜ ਦੇ ਸੀ, ਆਪਾਂ ਨਹੀਂ। ਦੁਨੀਆ ਦੇ ਤਾਨੇ ਤਾਂ ਉਹਨਾਂ ਨੂੰ ਸੁਣਨੇ ਚਾਹੀਦੇ ਨੇ, ਆਪਾਂ ਨੂੰ ਨਹੀਂ। ਪਰ ਦੇਖੋ ਨਾ, ਤੁਸੀਂ ਇਮਾਨਦਾਰੀ ਨਾਲ ਪੂਰੀ ਜ਼ਿੰਦਗੀ ਕਮਾਉਂਦੇ ਰਹੇ ਤੇ ਉਸ ਦਾ ਕੀ ਸਿਲਾ ਤੁਹਾਨੂੰ ਦਿੱਤਾ ਇਸ ਪਿੰਡ ਵਾਲਿਆਂ ਨੇ? ਇਹ ਪਿੰਡ ਵਾਲੇ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਨੇ ਨਾ, ਤੁਸੀਂ ਕਿੰਨੇ ਇਮਾਨਦਾਰ ਹੋ, ਪਰ ਫਿਰ ਵੀ ਤੁਹਾਨੂੰ ਹਰ ਰੋਜ਼ ਕੁਝ ਨਾ ਕੁਝ ਕਹਿ ਕੇ ਸੁਣਾ ਕੇ ਚਲੇ ਜਾਂਦੇ ਆ। ਇਸ ਦੁੱਖ ਦੀ ਘੜੀ ਵਿੱਚ ਉਹਨਾਂ ਨੂੰ ਤੁਹਾਡਾ ਸਾਥ ਦੇਣਾ ਚਾਹੀਦਾ ਸੀ ਕਿ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਲੱਗਦਾ? ਪਾਪਾ, ਇੱਥੇ ਕੋਈ ਕਿਸੇ ਦੇ ਲਈ ਕੁਝ ਨਹੀਂ ਕਰਦਾ, ਆਪਣਾ ਭਵਿੱਖ ਸੰਵਾਰਨਾ ਆਪਣੇ ਹੱਥ ਵਿੱਚ ਹੁੰਦਾ ਹੈ। ਪਿਓ ਨੂੰ ਆਪਣੀ ਧੀ ਹਮੇਸ਼ਾ ਬੋਝ ਹੀ ਲੱਗਦੀ ਹੈ ਤੇ ਪਿਓ ਇਸ ਬੋਝ ਨੂੰ ਉਤਾਰਨ ਦੇ ਲਈ ਜਲਦੀ ਤੋਂ ਜਲਦੀ ਉਸ ਦਾ ਵਿਆਹ ਕਰ ਦੇਣਾ ਚਾਹੁੰਦਾ ਹੈ। ਹੁਣ ਤਾਂ ਤੁਸੀਂ ਬਸ ਇਹ ਸੋਚ ਲਓ ਕਿ ਤੁਹਾਡੀ ਧੀ ਦਾ ਵਿਆਹ ਹੋ ਗਿਆ ਹੈ ਤੇ ਤੁਸੀਂ ਆਪਣੇ ਸਿਰ ਤੋਂ ਮੇਰੇ ਵਿਆਹ ਨਾਮ ਦਾ ਬੋਝ ਲਾ ਦਿੱਤਾ ਹੈ। ਤੁਸੀਂ ਵੀ ਸਕੂਨ ਨਾਲ ਜੀਓ ਤੇ ਮੈਨੂੰ ਵੀ ਪੜ੍ਹ ਲਿਖ ਕੇ ਜ਼ਿੰਦਗੀ ਵਿੱਚ ਕੁਝ ਬਣਨ ਦਿਓ। ਮੈਂ ਇਹਨਾਂ ਦੀਵਾਰਾਂ ਦੇ ਵਿੱਚ ਘੁੱਟ ਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਨਹੀਂ ਕਰ ਸਕਦੀ। ਜੋ ਸੁਪਨੇ ਮੈਂ ਪਹਿਲਾਂ ਦੇਖੇ ਸੀ ਉਹੀ ਸੁਪਨੇ ਪੂਰੇ ਕਰਾਂਗੀ। ਤੁਸੀਂ ਇਹ ਸੋਚੋ ਕਿ ਜਿਸ ਇਨਸਾਨ ਦੇ ਨਾਲ ਮੈਂ ਮੰਡਪ ਵਿੱਚ 1 ਘੰਟਾ ਵੀ ਨਹੀਂ ਬੈਠੀ ਤੇ ਉਸ ਦੇ ਲਈ ਪਿਛਲੇ 2 ਦਿਨਾਂ ਤੋਂ ਮੈਂ ਰੋ ਰਹੀ ਹਾਂ। ਜੇ ਉਸ ਦੇ ਨਾਲ ਜ਼ੋਰ ਜ਼ਬਰਦਸਤੀ ਕਰਕੇ ਵਿਆਹ ਹੋ ਵੀ ਜਾਂਦਾ ਤਾਂ ਤੁਹਾਡੀ ਧੀ ਤਾਂ ਸਾਰੀ ਜ਼ਿੰਦਗੀ ਬੈਠ ਕੇ ਰੋਂਦੀ ਰਹਿੰਦੀ, ਕਿਉਂਕਿ ਉਸ ਮੁੰਡੇ ਨੂੰ ਮੇਰੇ ਨਾਲ ਕੋਈ ਮਤਲਬ ਨਹੀਂ ਸੀ। ਉਸ ਨੂੰ ਤਾਂ ਸਿਰਫ ਪੈਸਿਆਂ ਨਾਲ ਹੀ ਮਤਲਬ ਸੀ। ਉਹ ਬਾਕੀ ਸਮਾਨ ਦੀ ਤਰ੍ਹਾਂ ਮੈਨੂੰ ਵੀ ਆਪਣੇ ਘਰ ਲੈ ਜਾ ਕੇ ਰੱਖ ਦਿੰਦਾ ਤੇ ਸਾਰੀ ਜ਼ਿੰਦਗੀ ਉਸ ਨੂੰ ਉਹਨਾਂ ਚੀਜ਼ਾਂ ਨਾਲ ਹੀ ਮਤਲਬ ਰਹਿੰਦਾ। ਤਾਂ ਉਸ ਰਿਸ਼ਤੇ ਦੇ ਲਈ ਕੀ ਰੋਣਾ ਜੋ ਸਾਡਾ ਸੀ ਹੀ ਨਹੀਂ। ਖੁਦ ਵੀ ਮਜ਼ਬੂਤ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਮਜ਼ਬੂਤ ਬਣਾਓ
ਤਾਂ ਕਿ ਉਹ ਦੁਨੀਆ ਦੀ ਕਿਸੇ ਵੀ ਬੁਰਾਈ ਨਾਲ ਲੜ ਸਕਣ। ਇਨਸਾਨ ਦੀ ਜ਼ਿੰਦਗੀ ਇੰਨੀ ਸਸਤੀ ਨਹੀਂ ਹੈ ਕਿ ਉਸ ਨੂੰ ਗਮਾਂ ਦੇ ਸਾਏ ਵਿੱਚ ਡੁਬੋ ਕੇ ਘੁੱਟ-ਘੁੱਟ ਕੇ ਜਿਉਈਏ। ਉਹ ਮੇਰਾ ਗੁਜ਼ਰਿਆ ਹੋਇਆ ਕੱਲ੍ਹ ਸੀ। ਮੈਂ ਤਾਂ ਇਹੀ ਸੋਚ ਲਵਾਂਗੀ ਕਿ ਮੇਰੀ ਜ਼ਿੰਦਗੀ ਵਿੱਚ ਉਹ ਕਾਲਾ ਦਿਨ ਆਇਆ ਹੀ ਨਹੀਂ ਸੀ। ਮੈਂ ਜਿਵੇਂ ਪਹਿਲਾਂ ਸੀ ਉਵੇਂ ਹੀ ਹੁਣ ਵੀ ਹਾਂ। ਦੁਨੀਆ ਕੀ ਕਹਿੰਦੀ ਹੈ ਮੈਨੂੰ ਕੋਈ ਪਰਵਾਹ ਨਹੀਂ ਹੈ। ਬਸ ਤੁਸੀਂ ਕੀ ਸੋਚਦੇ ਹੋ ਮੇਰੇ ਬਾਰੇ ਉਹ ਮੈਂ ਜਾਣਨਾ ਚਾਹੁੰਦੀ ਹਾਂ। ਤੁਸੀਂ ਜੇ ਮੈਨੂੰ ਪੈਸੇ ਨਹੀਂ ਵੀ ਦਿਓਗੇ ਤਾਂ ਵੀ ਮੈਂ ਕਿਵੇਂ ਵੀ ਮੈਨੇਜ ਕਰਕੇ ਆਪਣੀ ਪੜ੍ਹਾਈ ਸ਼ੁਰੂ ਕਰ ਲਵਾਂਗੀ, ਕਿਉਂਕਿ ਹੁਣ ਤੱਕ ਮੈਂ ਤੁਹਾਡੀਆਂ ਗੱਲਾਂ ਮੰਨਦੀ ਰਹੀ, ਪਰ ਹੁਣ ਨਹੀਂ। ਹੁਣ ਇਹ ਜ਼ਿੰਦਗੀ ਮੇਰੀ ਹੈ ਤੇ ਮੈਂ ਆਪਣੇ ਹਿਸਾਬ ਨਾਲ ਆਪਣੀ ਜ਼ਿੰਦਗੀ ਜਿਊਂਗੀ। ਹੁਣ ਇਸ 'ਤੇ ਕਿਸੇ ਹੋਰ ਨੂੰ ਆਪਣੀ ਮਨਮਰਜ਼ੀ ਨਹੀਂ ਕਰਨ ਦਿਆਂਗੀ, ਚਾਹੇ ਉਹ ਤੁਸੀਂ ਹੀ ਕਿਉਂ ਨਾ ਹੋਵੋ। ਗੁਰਮੇਲ ਸਿੰਘ ਜੀ ਕਹਿੰਦੇ, ਨਹੀਂ ਬੇਟਾ, ਮੈਂ ਤਾਂ ਇਹੀ ਸੋਚ ਕੇ ਖੁਸ਼ ਹਾਂ ਕਿ ਤੂੰ ਆਪਣੇ ਦੁੱਖ ਤੋਂ ਬਾਹਰ ਨਿਕਲ ਗਈ ਤੇ ਤੂੰ ਕੁਝ ਚੰਗੇ ਫੈਸਲੇ ਲੈ ਰਹੀ ਹੈ ਇਸ ਖੋਖਲੇ ਸਮਾਜ ਨਾਲ ਬਗਾਵਤ ਕਰਕੇ। ਮੈਂ ਤਾਂ ਟੀਚਰ ਹੁੰਦੇ ਹੋਏ ਵੀ ਉਹ ਗੱਲਾਂ ਨਹੀਂ ਸਮਝ ਸਕਿਆ ਜੋ ਤੂੰ ਇੰਨੀ ਛੋਟੀ ਉਮਰ ਵਿੱਚ ਸਮਝ ਗਈ। ਮੈਂ ਦੁਨੀਆ ਨੂੰ ਸਮਝਾਉਂਦਾ ਰਿਹਾ, ਪਰ ਜਦੋਂ ਆਪਣੇ ਘਰ 'ਤੇ ਮੁਸੀਬਤ ਆਈ ਤਾਂ ਮੈਂ ਖੁਦ ਵੀ ਦੁੱਖ ਦੀ ਚਾਦਰ ਲੈ ਕੇ ਬੈਠ ਗਿਆ। ਮੈਨੂੰ ਤੈਨੂੰ ਸੰਭਾਲਣਾ ਚਾਹੀਦਾ ਸੀ, ਉਲਟਾ ਤੂੰ ਮੈਨੂੰ ਸੰਭਾਲ ਰਹੀ ਹੈ। ਹੁਣ ਮੈਂ ਸਮਝ ਗਿਆ ਹਾਂ ਕਿ ਸਾਨੂੰ ਦੁਨੀਆ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਤੂੰ ਬਿਲਕੁਲ ਸਹੀ ਕਿਹਾ ਹੈ। ਜੋ ਪੈਸੇ ਮੈਂ ਦਹੇਜ ਦੇ ਲਈ ਰੱਖੇ ਸੀ ਉਹ ਪੈਸੇ ਮੈਂ ਤੈਨੂੰ ਦੇ ਦਿਆਂਗਾ। ਤੂੰ ਆਪਣੀ ਪੂਰੀ ਪੜ੍ਹਾਈ ਜੀ ਜਾਨ ਲਗਾ ਕੇ ਕਰ। ਹੁਣ ਤੈਨੂੰ ਕੋਈ ਨਹੀਂ ਰੋਕੇਗਾ। ਜਦੋਂ ਤੂੰ ਕਹੇਂਗੀ ਉਦੋਂ ਹੀ ਤੇਰਾ ਵਿਆਹ ਕਰਾਂਗਾ। ਨਹੀਂ ਕਰਨਾ ਚਾਹੇਂਗੀ ਤਾਂ ਵੀ ਕੋਈ ਗੱਲ ਨਹੀਂ। ਇਹ ਦੁਨੀਆ ਸਮਾਜ ਕੀ ਕਹਿੰਦਾ ਹੈ ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਨੂੰ ਆਪਣੇ ਬੱਚੇ ਪਿਆਰੇ ਨੇ। ਕੱਲ੍ਹ ਨੂੰ ਤੂੰ ਮੇਰਾ ਨਾਮ ਰੋਸ਼ਨ ਕਰੇਂਗੀ ਤਾਂ ਸਾਰੀਆਂ ਬੁਰਾਈਆਂ ਖੁਦ ਬ ਖੁਦ ਖਤਮ ਹੋ ਜਾਣਗੀਆਂ ਤੇ ਜੋ ਆਂਢੀ ਗੁਆਂਢੀ ਆ ਕੇ ਮੈਨੂੰ ਤਾਨੇ ਮਾਰ ਕੇ ਜਾਂਦੇ ਆ ਉਹਨਾਂ ਦੇ ਮੂੰਹ ਆਪਣੇ ਆਪ ਬੰਦ ਹੋ ਜਾਣਗੇ। ਹੁਣ ਤੂੰ ਜੋ ਵੀ ਫੈਸਲਾ ਲਏਂਗੀ ਬੇਟਾ, ਮੈਂ ਹਰ ਫੈਸਲੇ ਵਿੱਚ ਤੇਰੇ ਨਾਲ ਖੜਾ ਹਾਂ। ਗੁਰਮੇਲ ਸਿੰਘ ਨੇ ਲਵਪ੍ਰੀਤ ਦੀ ਗੱਲ ਮੰਨ ਕੇ ਉਸ ਨੂੰ ਐਡਮਿਸ਼ਨ ਸ਼ਹਿਰ ਵਿੱਚ ਕਰਵਾਉਣ ਲਈ ਇਜਾਜ਼ਤ ਦੇ ਦਿੱਤੀ। 2 ਦਿਨ ਦੀ ਤਿਆਰੀ ਦੇ ਬਾਅਦ ਲਵਪ੍ਰੀਤ ਸ਼ਹਿਰ ਚਲੀ ਗਈ। ਨਾਲ ਗੁਰਮੇਲ ਸਿੰਘ ਵੀ ਲਵਪ੍ਰੀਤ ਦੇ ਨਾਲ ਸ਼ਹਿਰ ਜਾ ਕੇ ਉਸ ਨੂੰ ਗਰਲਸ ਹੋਸਟਲ ਵਿੱਚ ਕਮਰਾ ਲੈ ਦਿੱਤਾ। ਲਵਪ੍ਰੀਤ ਉੱਥੇ ਰਹਿ ਕੇ ਕਲੈਕਟ ਦਾ ਐਗਜ਼ਾਮ ਦੇ ਦਿੱਤਾ। ਨਾਲ ਹੀ ਆਪਣੇ ਜ਼ਰੂਰਤ ਦੇ ਖਰਚੇ ਕੱਢਣ ਦੇ ਲਈ ਇੱਕ ਕੋਚਿੰਗ ਸੈਂਟਰ ਵਿੱਚ ਪੜ੍ਹਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਉਸ ਨਾਲ ਉਸ ਦੇ ਜ਼ਰੂਰਤ ਦੇ ਖਰਚੇ ਨਿਕਲ ਜਾਂਦੇ ਸੀ। ਕੁਝ ਹੀ ਦਿਨਾਂ ਵਿੱਚ ਕਲੈਕਟ ਦਾ ਰਿਜ਼ਲਟ ਆਇਆ ਤਾਂ ਉਹ ਵਧੀਆ ਨੰਬਰਾਂ ਨਾਲ ਪਾਸ ਹੋਈ। ਉਸਨੇ ਸ਼ਹਿਰ ਦੇ ਇੱਕ ਬਿਹਤਰੀਨ ਲਾਅ ਕਾਲਜ ਵਿੱਚ ਐਡਮਿਸ਼ਨ ਕਰਾ ਲਿਆ। ਉਸ ਦੇ ਨਾਲ ਹੋਸਟਲ ਦੇ ਕਮਰੇ ਵਿੱਚ ਰਹਿਣ ਵਾਲੀ ਸਿਮਰਨ ਦੇ ਘਰ ਵਾਲੇ ਨੇ ਉਸ ਨੂੰ ਛੱਡ ਦਿੱਤਾ ਸੀ, ਕਿਉਂਕਿ ਉਹ ਕਦੇ ਮਾਂ ਨਹੀਂ ਬਣ ਸਕਦੀ ਸੀ। ਇਸ ਤਰ੍ਹਾਂ ਹੀ ਹੋਸਟਲ ਵਿੱਚ ਬਹੁਤ ਸਾਰੀਆਂ ਔਰਤਾਂ ਸੀ ਜਿਨ੍ਹਾਂ ਦੀ ਕੋਈ ਨਾ ਕੋਈ ਮਜਬੂਰੀ ਸੀ। ਹੁਣ ਤੱਕ ਲਵਪ੍ਰੀਤ ਐਡਮਿਸ਼ਨ ਦੇ ਚੱਕਰ ਵਿੱਚ ਭੱਜ ਦੌੜ ਵਿੱਚ ਬਿਜੀ ਸੀ ਤਾਂ ਕਿਸੇ ਦੇ ਬਾਰੇ ਜ਼ਿਆਦਾ ਕੁਝ ਜਾਣਨ ਦੀ ਫੁਰਸਤ ਹੀ ਨਹੀਂ ਮਿਲੀ। ਪਰ ਹੁਣ ਸਭ ਦੀ ਹਾਲਤ ਦੇਖ ਕੇ ਸੋਚਦੀ ਕਿ ਮੈਂ ਤਾਂ ਸੋਚਦੀ ਸੀ ਕਿ ਕੁਝ ਗਿਣੇ ਚੁਣੇ ਲੋਕ ਹੋਣਗੇ ਜਿਨ੍ਹਾਂ ਨੂੰ ਇਨਸਾਫ ਚਾਹੀਦਾ ਹੈ, ਪਰ ਇੱਥੇ ਤਾਂ ਪੂਰੀ ਦੀ ਪੂਰੀ ਜਮਾਤ ਹੀ ਇਨਸਾਫ ਦੇ ਲਈ ਖੜੀ ਹੈ। ਸਭ ਨੂੰ ਤਾਂ ਨਹੀਂ, ਪਰ ਕੁਝ ਨੂੰ ਤਾਂ ਮੈਂ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰਾਂਗੀ। ਹੁਣ ਤਾਂ ਮੈਨੂੰ ਜੀ ਜਾਨ ਲਗਾ ਕੇ ਪੜ੍ਹਨਾ ਪਏਗਾ, ਕਿਉਂਕਿ ਜੇ ਮੇਰੇ ਕਰਕੇ 2-4 ਕੁੜੀਆਂ ਨੂੰ ਵੀ ਇਨਸਾਫ ਮਿਲ ਗਿਆ ਤਾਂ ਮੇਰੀ ਜ਼ਿੰਦਗੀ ਤਾਂ ਧਨ ਹੋ ਜਾਏਗੀ। 3 ਸਾਲ ਤੱਕ LLB ਦੀ ਪੜ੍ਹਾਈ ਦੇ 4 ਤੋਂ 5 ਲੱਖ ਦਾ ਪੜ੍ਹਾਈ ਦਾ ਖਰਚਾ, ਉੱਪਰੋਂ ਹੋਸਟਲ ਦੀ ਫੀਸ, ਖਾਣੇ ਦਾ ਖਰਚਾ, ਸਭ ਕੁਝ ਮੈਨੇਜ ਕਰਨਾ ਬਹੁਤ ਹੀ ਮੁਸ਼ਕਲ ਹੋ ਰਿਹਾ ਸੀ। ਫਿਰ ਵੀ ਮੁਸੀਬਤਾਂ ਨਾਲ ਲੜ ਕੇ ਜੋ ਉਮੀਦਾਂ ਨਹੀਂ ਹਾਰਦਾ, ਜਿੱਤ ਹਮੇਸ਼ਾ ਉਸ ਦੀ ਹੀ ਹੁੰਦੀ ਹੈ। ਜਦੋਂ ਚੌਥੇ ਸਮੈਸਟਰ ਦੇ ਐਗਜ਼ਾਮ ਹੋਏ ਤਾਂ ਲਵਪ੍ਰੀਤ ਨੇ ਸ਼ਹਿਰ ਦੇ ਇੱਕ ਵਧੀਆ ਵਕੀਲ ਦੇ ਕੋਲ ਪ੍ਰੈਕਟਿਸ ਸ਼ੁਰੂ ਕਰ ਦਿੱਤੀ। LLB ਕੰਪਲੀਟ ਹੋਣ ਦੇ ਬਾਅਦ ਉਸਨੇ ਸਟੇਟ ਬਾਰ ਕੌਂਸਲ ਦਾ ਲਾਇਸੈਂਸ ਬਣਵਾ ਲਿਆ। ਬਾਰ ਕਾਉਂਸਲਿੰਗ ਦਾ ਲਾਇਸੈਂਸ ਬਣਵਾਉਣ ਦੇ ਬਾਅਦ ਉਹ ਆਪਣੇ ਕਲਾਇੰਟ ਦਾ ਮੁਕੱਦਮਾ ਖੁਦ ਲੜ ਸਕਦੀ ਸੀ। ਉਸ ਤੋਂ ਬਾਅਦ ਉਸ ਨੂੰ ਕਿਸੇ ਹੋਰ ਵਕੀਲ ਤੋਂ ਕੇਸ ਲੜਵਾਉਣਾ ਪੈਂਦਾ ਸੀ। ਜਲਦੀ ਹੀ ਉਸਨੇ ਫੈਮਿਲੀ ਐਡਵੋਕੇਟ ਦੇ ਰੂਪ ਵਿੱਚ ਕੇਸ ਲੜਨਾ ਸ਼ੁਰੂ ਕਰ ਦਿੱਤਾ। ਪਹਿਲਾ ਹੀ ਕੇਸ ਉਸਨੇ ਆਪਣੇ ਰੂਮਮੇਟ ਸਿਮਰਨ ਦਾ ਲੜਿਆ।
ਬੱਚਾ ਨਾ ਹੋਣ ਦੇ ਕਰਕੇ ਉਸਦੇ ਪਤੀ ਨੇ ਉਸ ਨੂੰ ਆਪਣੇ ਘਰੋਂ ਕੱਢ ਦਿੱਤਾ ਸੀ ਤੇ ਖੁਦ ਦੂਜਾ ਵਿਆਹ ਕਰਕੇ ਮਜ਼ੇ ਨਾਲ ਜ਼ਿੰਦਗੀ ਗੁਜ਼ਾਰ ਰਿਹਾ ਸੀ ਤੇ ਸਿਮਰਨ ਨੂੰ ਉਸਦੇ ਹਾਲ ਤੇ ਛੱਡ ਦਿੱਤਾ। ਉਹ ਜਿਉਂ ਰਹੀ ਸੀ ਜਾਂ ਮਰ ਰਹੀ ਸੀ, ਕਦੇ ਪੁੱਛਣ ਤੱਕ ਵੀ ਨਹੀਂ ਆਇਆ। ਇੱਥੋਂ ਤੱਕ ਕਿ ਹਰਜਾਨਾ ਦੇ ਰੂਪ ਵਿੱਚ ਉਸ ਨੂੰ ਕੋਈ ਵੀ ਖਰਚਾ ਨਹੀਂ ਦਿੱਤਾ ਜਾਂਦਾ ਸੀ। ਲਵਪ੍ਰੀਤ ਨੇ ਉਸਦੇ ਕੇਸ ਨੂੰ ਲੜਿਆ ਤੇ ਉਸ ਨੂੰ ਹਰਜਾਨੇ ਦੇ ਰੂਪ ਵਿੱਚ ਹਰ ਮਹੀਨੇ 5,000 ਦਾ ਹਰਜਾਨਾ ਦਿਵਾਇਆ। ਹੌਲੀ ਹੌਲੀ ਉੱਥੇ ਰਹਿਣ ਵਾਲੀਆਂ ਸਾਰੀਆਂ ਔਰਤਾਂ ਆਪਣੇ ਕੇਸ ਲਵਪ੍ਰੀਤ ਦੇ ਕੋਲ ਲੈ ਕੇ ਆਉਣ ਲੱਗੀਆਂ। ਘੱਟ ਪੈਸਿਆਂ ਵਿੱਚ ਇੱਕ ਟੈਲੈਂਟਡ ਵਕੀਲ ਮਿਲ ਜਾਣਾ ਕੋਈ ਮਾਮੂਲੀ ਗੱਲ ਨਹੀਂ ਸੀ। ਲਵਪ੍ਰੀਤ ਨੇ ਵੀ ਉਹਨਾਂ ਸਭ ਦੀ ਮਦਦ ਕੀਤੀ ਜੋ ਗਰੀਬ ਸੀ, ਪੈਸੇ ਨਹੀਂ ਦੇ ਸਕਦੇ ਸੀ ਜਾਂ ਦੂਜਿਆਂ ਦੇ ਸਤਾਏ ਹੋਏ ਸੀ। ਹੌਲੀ ਹੌਲੀ ਲਵਪ੍ਰੀਤ ਵਕਾਲਤ ਦੇ ਖੇਤਰ ਵਿੱਚ ਪ੍ਰਸਿੱਧ ਹੁੰਦੀ ਗਈ। ਉਧਰ ਪਿੰਡ ਵਿੱਚ ਵੀ ਮਾਸਟਰ ਸਾਹਿਬ ਨੂੰ ਲੋਕ ਲਵਪ੍ਰੀਤ ਦੇ ਬਾਰੇ ਹੁਣ ਅਕਸਰ ਪੁੱਛਦੇ ਰਹਿੰਦੇ। ਕੋਈ ਕਹਿੰਦਾ ਲਵਪ੍ਰੀਤ ਨੇ ਤਾਂ ਆਪਣੇ ਪਿੰਡ ਦਾ ਨਾਮ ਰੋਸ਼ਨ ਕਰ ਦਿੱਤਾ, ਤਾਂ ਕੋਈ ਕਹਿੰਦਾ ਲਵਪ੍ਰੀਤ ਬੇਟੀ ਵਿੱਚ ਪਹਿਲਾਂ ਤੋਂ ਹੀ ਬਹੁਤ ਟੈਲੈਂਟ ਸੀ। ਜਿੰਨੇ ਮੂੰਹ ਓਨੀਆਂ ਤਾਰੀਫਾਂ। ਵਕਤ ਵੀ ਕਿੰਨਾ ਅਜੀਬ ਹੈ, ਇਨਸਾਨ ਨੂੰ ਗਿਰਗਟ ਦੀ ਤਰ੍ਹਾਂ ਰੰਗ ਬਦਲਣ ਤੇ ਮਜਬੂਰ ਕਰ ਦਿੰਦਾ ਹੈ। ਕੋਈ ਕਹਿੰਦਾ ਅਸੀਂ ਸਾਰੇ ਜਾਣਦੇ ਹੀ ਸੀ ਕਿ ਉਹ ਇੱਕ ਦਿਨ ਕੁਝ ਨਾ ਕੁਝ ਜ਼ਰੂਰ ਬਣੇਗੀ। ਹਰ ਕੋਈ ਗੁਰਮੇਲ ਸਿੰਘ ਨੂੰ ਲਵਪ੍ਰੀਤ ਦੇ ਬਾਰੇ ਚਾਪਲੂਸੀ ਦੇ ਬੋਲ ਬੋਲਦਾ, ਪਰ ਗੁਰਮੇਲ ਸਿੰਘ ਵੀ ਸਾਰੀਆਂ ਗੱਲਾਂ ਚੰਗੀ ਤਰ੍ਹਾਂ ਜਾਣਦੇ ਸੀ ਕਿ ਹਰ ਕੋਈ ਚੜ੍ਹਦੇ ਸੂਰਜ ਨੂੰ ਨਮਸਕਾਰ ਕਰਦਾ ਹੈ ਤੇ ਡੁੱਬਦੇ ਸੂਰਜ ਦੇ ਨਾਲ ਲੋਕ ਮੂੰਹ ਫੇਰ ਲੈਂਦੇ ਨੇ। ਉਹ ਲੋਕਾਂ ਦੀਆਂ ਗੱਲਾਂ ਸੁਣਦੇ ਤੇ ਮਿੰਨਾ ਜਿਹਾ ਮੁਸਕਰਾ ਕੇ ਅੱਗੇ ਚਲੇ ਜਾਂਦੇ, ਸੋਚਦੇ ਅੱਜ ਇਹਨਾਂ ਲੋਕਾਂ ਨੂੰ ਲਵਪ੍ਰੀਤ ਦੀ ਇੰਨੀ ਫਿਕਰ ਹੋ ਰਹੀ ਹੈ, ਲਵਪ੍ਰੀਤ ਵਧੀਆ ਲੱਗਣ ਲੱਗੀ ਹੈ। ਉਹ ਦਿਨ ਵੀ ਮੈਨੂੰ ਯਾਦ ਹੈ ਜਦੋਂ ਇਹ ਹੀ ਲੋਕ ਪਿੱਠ ਪਿੱਛੇ ਲਵਪ੍ਰੀਤ ਦੀਆਂ ਗੱਲਾਂ ਕਰਦੇ ਸੀ, ਉਸ ਵਿੱਚ ਖੋਟ ਕੱਢਦੇ ਸੀ, ਜਿਵੇਂ ਵਿਆਹ ਟੁੱਟਣ ਵਿੱਚ ਮੁੰਡੇ ਵਾਲਿਆਂ ਦੀ ਨਹੀਂ ਲਵਪ੍ਰੀਤ ਦੀ ਗਲਤੀ ਹੈ। ਆਏ ਦਿਨ ਕੇਸ ਦੀ ਜਿੱਤ ਦੀ ਵਜ੍ਹਾ ਕਰਕੇ ਅਖਬਾਰਾਂ ਵਿੱਚ ਲਵਪ੍ਰੀਤ ਦੀਆਂ ਤਸਵੀਰਾਂ ਦੇ ਨਾਲ ਆਰਟੀਕਲ ਛਪਦੇ ਰਹਿੰਦੇ। ਪਿੰਡ ਵਾਲੇ ਵੀ ਬੜਾ ਪ੍ਰਾਊਡ ਫੀਲ ਕਰਦੇ, ਦੂਜਿਆਂ ਨੂੰ ਦਿਖਾ ਕੇ ਬੜੇ ਮਾਣ ਨਾਲ ਕਹਿੰਦੇ ਕਿ ਇਹ ਵਕੀਲ ਸਾਡੇ ਪਿੰਡ ਦੀ ਹੈ। ਗੁਰਮੇਲ ਸਿੰਘ ਵੀ ਹੁਣ ਸਕੂਲ ਤੋਂ ਰਿਟਾਇਰ ਹੋ ਚੁੱਕੇ ਸੀ ਤਾਂ ਲਵਪ੍ਰੀਤ ਸਾਰਿਆਂ ਨੂੰ ਆਪਣੇ ਕੋਲ ਸ਼ਹਿਰ ਲੈ ਕੇ ਚਲੀ ਗਈ। ਗੁਰਮੇਲ ਸਿੰਘ ਨੂੰ ਰਹਿ ਰਹਿ ਕੇ ਆਪਣੀ ਧੀ ਦਾ ਵਿਆਹ ਕਰਨ ਦਾ ਖਿਆਲ ਆਉਂਦਾ, ਪਰ ਉਹ ਜਦੋਂ ਵੀ ਲਵਪ੍ਰੀਤ ਦੇ ਵਿਆਹ ਦੀ ਗੱਲ ਕਰਦੇ ਉਹ ਹਰ ਵਾਰ ਮਨਾ ਕਰ ਦਿੰਦੀ। ਛੋਟਾ ਭਰਾ ਸੰਦੀਪ ਪੜ੍ਹਾਈ ਕਰਨ ਦੇ ਲਈ ਚੰਡੀਗੜ੍ਹ ਚਲਾ ਗਿਆ। ਛੋਟੀ ਭੈਣ ਰੁਪਿੰਦਰ ਡਾਕਟਰੀ ਦੀ ਪੜ੍ਹਾਈ ਕਰਨ ਲੱਗੀ। ਕੁਝ ਸਾਲਾਂ ਬਾਅਦ ਹੀ ਉਹ ਵੀ ਡਾਕਟਰ ਬਣ ਗਈ ਤਾਂ ਲਵਪ੍ਰੀਤ ਨੇ ਉਸ ਨੂੰ ਇੱਕ ਕਲੀਨਿਕ ਖੁਲਵਾ ਦਿੱਤਾ। ਨਾਲ ਪੜ੍ਹ ਰਹੇ ਇੱਕ ਡਾਕਟਰ ਨਾਲ ਰੁਪਿੰਦਰ ਦਾ ਬਿਨਾਂ ਦਹੇਜ ਦਿੱਤੇ ਵਿਆਹ ਕਰ ਦਿੱਤਾ। ਸੰਦੀਪ ਦੇ ਲਈ ਵੀ ਕੁੜੀ ਪਸੰਦ ਕਰਕੇ ਉਸ ਦਾ ਵੀ ਬਿਨਾਂ ਦਹੇਜ ਲੈ ਵਿਆਹ ਕਰ ਦਿੱਤਾ। ਉਸ ਨੂੰ ਪਤਾ ਹੈ ਕਿ ਦਹੇਜ ਰੂਪੀ ਦਾਨਵ ਨੇ ਪਤਾ ਨਹੀਂ ਕਿੰਨੇ ਹੀ ਘਰਾਂ ਨੂੰ ਵਸਣ ਤੋਂ ਪਹਿਲਾਂ ਹੀ ਉਜਾੜ ਦਿੱਤਾ ਹੈ। ਉਹਨਾਂ ਵਿੱਚੋਂ ਉਹ ਇੱਕ ਖੁਦ ਸੀ। ਰਹਿ ਰਹਿ ਕੇ ਇਹ ਸਭ ਗੱਲਾਂ ਉਸ ਦੇ ਦਿਲ ਵਿੱਚ ਸੂਲ ਦੀ ਤਰ੍ਹਾਂ ਚੁਭਦੀਆਂ ਰਹਿੰਦੀਆਂ। ਸਾਰੇ ਆਪਣੀ ਆਪਣੀ ਲਾਈਫ ਵਿੱਚ ਖੁਸ਼ ਸੀ। ਮੰਮੀ ਪਾਪਾ ਲਵਪ੍ਰੀਤ ਦੇ ਨਾਲ ਰਹਿ ਰਹੇ ਸੀ। ਇੱਕ ਦਿਨ ਲਵਪ੍ਰੀਤ ਆਫਿਸ ਵਿੱਚ ਬੈਠੀ ਆਪਣੇ ਕੇਸ ਫਾਈਲ ਸਟੱਡੀ ਕਰ ਰਹੀ ਸੀ ਤਾਂ ਸਿਕਿਉਰਿਟੀ ਗਾਰਡ ਆ ਕੇ ਕਹਿੰਦਾ, ਮੈਡਮ ਕੋਈ ਮਿਸਟਰ ਅਰਬਾਜ਼ ਤੁਹਾਨੂੰ ਮਿਲਣਾ ਚਾਹੁੰਦਾ ਹੈ ਕਿਸੇ ਕੇਸ ਦੇ ਸਿਲਸਿਲੇ ਵਿੱਚ। ਲਵਪ੍ਰੀਤ ਨੇ ਜਦੋਂ ਇਹ ਨਾਮ ਸੁਣਿਆ ਤਾਂ ਉਸ ਨੂੰ ਇੱਕਦਮ ਅਜੀਬ ਜਿਹਾ ਫੀਲ ਹੋਇਆ, ਕਿਉਂਕਿ ਇਹ ਉਹੀ ਨਾਮ ਸੀ ਜਿਸ ਦੀ ਵਜ੍ਹਾ ਕਰਕੇ ਉਸ ਦੀ ਤੇ ਉਸ ਦੇ ਪਰਿਵਾਰ ਵਾਲਿਆਂ ਦੀ ਜ਼ਿੰਦਗੀ ਵਿੱਚ ਭੁਚਾਲ ਆਇਆ ਸੀ। ਸੋਚਦੀ ਕਿਤੇ ਉਹ ਉਹੀ ਅਰਬਾਜ਼ ਤਾਂ ਨਹੀਂ ਹੈ। ਫਿਰ ਸੋਚਦੀ ਕਿ ਨਹੀਂ ਉਹ ਇੱਥੇ ਕੀ ਕਰਨ ਆਏਗਾ। ਕੁਝ ਦੇਰ ਤਾਂ ਨਾਮ ਸੁਣਦੇ ਹੀ ਉਸ ਅਤੀਤ ਦੇ ਕਾਲੇ ਦਿਨਾਂ ਵਿੱਚ ਚਲੀ ਗਈ ਜਿੱਥੇ ਉਸਨੇ ਨਰਕ ਦੇ ਕੁਝ ਦਿਨ ਬਿਤਾਏ ਸੀ। ਸਿਕਿਉਰਿਟੀ ਗਾਰਡ ਨੇ ਜਦੋਂ ਦੁਬਾਰਾ ਆਵਾਜ਼ ਦਿੱਤੀ ਤਾਂ ਉਹ ਆਪਣੇ ਗੁਜ਼ਰੇ ਹੋਏ ਭਿਆਨਕ ਅਤੀਤ ਵਿੱਚੋਂ ਬਾਹਰ ਆਈ। ਮੈਡਮ ਕੀ ਮੈਂ ਉਹਨਾਂ ਨੂੰ ਅੰਦਰ ਭੇਜ ਦਿਆਂ? ਲਵਪ੍ਰੀਤ ਕਹਿੰਦੀ, ਉਹਨਾਂ ਨੂੰ ਅੰਦਰ ਨਾ ਭੇਜੋ, ਉਹਨਾਂ ਨੂੰ ਛੋਟੇ ਵਕੀਲ ਦੇ ਕੋਲ ਭੇਜ ਦਿਓ। ਉਹ ਉਹਨਾਂ ਨਾਲ ਸਾਰੀ ਗੱਲ ਕਰ ਲੈਣਗੇ, ਫਿਰ ਮੇਰੇ ਕੋਲ ਆਉਣ। ਤਾਂ ਸਿਕਿਉਰਿਟੀ ਗਾਰਡ ਕਹਿੰਦਾ, ਮੈਡਮ ਜੀ ਤੁਸੀਂ ਹੀ ਤਾਂ ਕਿਸੇ ਕੇਸ ਦੇ ਸਿਲਸਿਲੇ ਵਿੱਚ ਛੋਟੇ ਵਕੀਲ ਨੂੰ ਬਾਹਰ ਭੇਜਿਆ ਹੈ। ਲਵਪ੍ਰੀਤ ਕਹਿੰਦੀ, ਹਾਂ ਉਹ ਤਾਂ ਮੈਂ ਭੁੱਲ ਹੀ ਗਈ। ਇੱਕ ਕੰਮ ਕਰੋ, ਉਹਨਾਂ ਨੂੰ ਅੰਦਰ ਭੇਜ ਦਿਓ, ਮੈਂ ਗੱਲ ਕਰ ਲੈਂਦੀ ਹਾਂ। ਸਿਕਿਉਰਿਟੀ ਗਾਰਡ ਕਹਿੰਦਾ, ਜੀ ਮੈਡਮ। ਆਉਣ ਵਾਲੇ ਦਾ ਨਾਮ ਸੁਣ ਕੇ ਉਸ ਦੇ ਦਿਲ ਦੀ ਧੜਕਣ ਵਧਣ ਲੱਗੀ। ਬੇਚੈਨੀ ਜਹੀ ਮਹਿਸੂਸ ਹੋ ਰਹੀ ਸੀ,
ਸੋਚਣ ਲੱਗੀ ਕਿਵੇਂ ਸਾਹਮਣਾ ਕਰਾਂਗੀ ਉਸ ਇਨਸਾਨ ਦਾ ਜਿਸ ਦੀ ਵਜ੍ਹਾ ਕਰਕੇ ਮੈਂ ਇੰਨੇ ਦੁੱਖ ਸਹੇ। ਫਿਰ ਸੋਚਣ ਲੱਗੀ ਇੱਕ ਨਾਮ ਤੇ ਤਾਂ ਬਹੁਤ ਸਾਰੇ ਲੋਕ ਹੁੰਦੇ ਆ, ਸ਼ਾਇਦ ਉਹ ਨਾ ਹੋਵੇ, ਫਿਰ ਉਸ ਨੂੰ ਮੇਰੀ ਜ਼ਰੂਰਤ ਕਿਉਂ ਪਏਗੀ। ਦਿਮਾਗ ਅਨੇਕਾਂ ਸਵਾਲਾਂ ਵਿੱਚ ਉਲਝਿਆ ਹੋਇਆ ਸੀ ਤੇ ਜਦੋਂ ਮਿਲਣ ਵਾਲਾ ਸ਼ਖਸ ਅੰਦਰ ਆਇਆ ਤਾਂ ਸਾਹਮਣੇ ਇੱਕ 50 ਤੋਂ 55 ਸਾਲ ਦੀ ਇੱਕ ਔਰਤ ਅੰਦਰ ਆਈ। ਲਵਪ੍ਰੀਤ ਨੂੰ ਦੇਖ ਕੇ ਨਮਸਤੇ ਕੀਤਾ। ਲਵਪ੍ਰੀਤ ਕਹਿੰਦੀ ਨਮਸਤੇ ਜੀ, ਬੈਠੋ, ਤੁਸੀਂ ਕੌਣ? ਉਹ ਔਰਤ ਕਹਿੰਦੀ ਮੈਂ ਅਰਬਾਜ਼ ਦੀ ਮਾਂ ਹਾਂ। ਉਹ ਫੋਨ ਤੇ ਕਿਸੇ ਨਾਲ ਗੱਲ ਕਰ ਰਿਹਾ ਹੈ ਤਾਂ ਮੈਨੂੰ ਅੰਦਰ ਆਉਣ ਨੂੰ ਕਿਹਾ ਹੈ। ਲਵਪ੍ਰੀਤ ਕਹਿੰਦੀ ਹਾਂ ਕਹੋ, ਕੀ ਕਹਿਣਾ ਹੈ ਤੁਸੀਂ? ਉਹ ਔਰਤ ਕਹਿੰਦੀ ਬੇਟਾ, ਮੇਰੀ ਬਹੂ ਮੇਰੇ ਪਰਿਵਾਰ ਵਾਲਿਆਂ ਨੂੰ ਬਹੁਤ ਟੌਰਚਰ ਕਰਦੀ ਹੈ। ਉਹ ਵਾਰ-ਵਾਰ ਸਾਡੇ ਤੇ ਹੁਕਮ ਚਲਾਉਂਦੀ ਹੈ ਤੇ ਆਪਣੇ ਨਾਲ ਲਿਆਂਦੇ ਹੋਏ ਦਹੇਜ ਲਈ ਸਾਡੇ ਸਾਰਿਆਂ ਤੇ ਰੋਹਬ ਝਾੜਦੀ ਰਹਿੰਦੀ ਹੈ। ਲਵਪ੍ਰੀਤ ਕਹਿੰਦੀ ਤਾਂ ਤੁਸੀਂ ਆਪਣੀ ਬਹੂ ਦੇ ਘਰ ਵਾਲਿਆਂ ਤੋਂ ਦਹੇਜ ਲਿਆ ਸੀ? ਤਾਂ ਉਹ ਔਰਤ ਕਹਿੰਦੀ ਬੇਟਾ, ਅਸੀਂ ਤਾਂ ਕੁਝ ਨਹੀਂ ਮੰਗਿਆ ਸੀ। ਕੁੜੀ ਦੇ ਪਾਪਾ ਬਹੁਤ ਅਮੀਰ ਸੀ, ਬਿਨਾਂ ਮੰਗੇ ਹੀ ਸਭ ਕੁਝ ਦੇ ਦਿੱਤਾ। ਪਰ ਕੁੜੀ ਨੇ ਘਰੇ ਆਉਂਦੇ ਹੀ ਉਹ ਬਖੇੜਾ ਖੜਾ ਕਰ ਦਿੱਤਾ ਕਿ ਸਾਡਾ ਤਾਂ ਪੂਰਾ ਘਰ ਹੀ ਖਿਲਰ ਗਿਆ। ਕੁੜੀ ਆਪਣੇ ਮਾਂ-ਪਿਓ ਦੀ ਇਕਲੌਤੀ ਸੰਤਾਨ ਹੈ, ਉਹ ਵੀ ਵਿਗੜੀ ਹੋਈ। ਵਿਆਹ ਦੇ 2-4 ਦਿਨ ਬਾਅਦ ਹੀ ਉਸਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਸ਼ਰੀਕੇ ਵਿੱਚ ਸਾਡਾ ਨੱਕ ਕਟਵਾ ਕੇ ਰੱਖ ਦਿੱਤਾ। ਹਰ ਰੋਜ਼ ਦੋਸਤਾਂ ਨੂੰ ਬੁਲਾ ਕੇ ਪਾਰਟੀ ਵਗੈਰਾ ਕਰਦੀ ਹੈ। ਰੋਜ਼ ਡਿਸਕੋ ਪਾਰਟੀ ਕਰਨਾ ਉਸਦਾ ਸ਼ੌਂਕ ਹੈ। ਇੱਕ ਦਿਨ ਮੇਰੇ ਘਰ ਵਾਲੇ ਨੇ ਮਨਾ ਕੀਤਾ ਤਾਂ ਉਲਟਾ ਉਸ ਨਾਲ ਹੀ ਲੜਨ ਲੱਗ ਪਈ ਤੇ ਬਹੁਤ ਉਲਟਾ ਸੁਲਟਾ ਬੋਲਣ ਲੱਗੀ ਤੇ ਮੇਰੇ ਘਰ ਵਾਲੇ ਨੂੰ ਉਸ ਦੀ ਕਿਸੇ ਇਹੋ ਜਿਹੀ ਗੱਲ ਦਾ ਸਦਮਾ ਲੱਗਿਆ ਕਿ ਉਹ ਪੈਰਾਲਾਈਜ਼ ਹੋ ਗਿਆ। ਹੁਣ ਮੈਂ ਤੇ ਮੇਰਾ ਪੁੱਤ ਹੀ ਹੈ ਜੋ ਉਸ ਦੀ ਦੇਖਭਾਲ ਕਰਦੇ ਹਾਂ। ਅਸੀਂ ਸੋਚਿਆ ਉਹ ਹੌਲੀ-ਹੌਲੀ ਘਰ ਪਰਿਵਾਰ ਨੂੰ ਆਪਣਾ ਸਮਝ ਲਵੇਗੀ ਤਾਂ ਆਦਤਾਂ ਵੀ ਸੁਧਰ ਜਾਣਗੀਆਂ, ਪਰ ਇਸ ਤਰ੍ਹਾਂ ਨਹੀਂ ਹੋਇਆ। 5 ਸਾਲ ਹੋ ਗਏ ਪਰ ਅਜੇ ਵੀ ਉਹ ਵੈਸੀ ਦੀ ਵੈਸੀ ਹੀ ਹੈ, ਬਲਕਿ ਦਿਨ ਪਰ ਦਿਨ ਹੋਰ ਵਿਗੜਦੀ ਜਾ ਰਹੀ ਹੈ। ਲਵਪ੍ਰੀਤ ਕਹਿੰਦੀ ਤੁਸੀਂ ਉਸ ਦੇ ਮੰਮੀ ਪਾਪਾ ਨਾਲ ਗੱਲ ਨਹੀਂ ਕੀਤੀ? ਉਹਨਾਂ ਨੂੰ ਇਹ ਨਹੀਂ ਕਿਹਾ ਕਿ ਆਪਣੀ ਬੇਟੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ? ਤਾਂ ਉਹ ਔਰਤ ਕਹਿੰਦੀ ਕਿਹਾ ਸੀ, ਪਰ ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ ਤੇ ਕਿਹਾ ਕਿ ਇਹ ਤੁਹਾਡੇ ਘਰ ਦਾ ਮਾਮਲਾ ਹੈ, ਇਸ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ। ਅਸੀਂ ਕੁਝ ਕਹਾਂਗੇ ਤਾਂ ਬੁਰਾ ਮੰਨ ਜਾਏਗੀ। ਤਾਂ ਲਵਪ੍ਰੀਤ ਕਹਿੰਦੀ ਤੁਹਾਡੇ ਨਾਲ ਕੋਈ ਹੋਰ ਵੀ ਆਇਆ ਹੈ? ਹਾਂ, ਮੇਰਾ ਬੇਟਾ ਵੀ ਹੈ, ਅਜੇ ਬਾਹਰ ਫੋਨ ਤੇ ਗੱਲ ਕਰ ਰਿਹਾ ਹੈ, ਆਉਂਦਾ ਹੀ ਹੋਏਗਾ। ਮੈਡਮ, ਅਸੀਂ ਬਹੁਤ ਉਮੀਦ ਲੈ ਕੇ ਤੁਹਾਡੇ ਕੋਲ ਆਏ ਹਾਂ, ਤੁਸੀਂ ਸਾਡੀ ਮਦਦ ਜ਼ਰੂਰ ਕਰੋ। ਲਵਪ੍ਰੀਤ ਕਹਿੰਦੀ ਦੇਖੋ, ਤੁਹਾਡਾ ਕੇਸ ਬਹੁਤ ਹੀ ਕਮਜ਼ੋਰ ਹੈ। ਆਮ ਤੌਰ ਤੇ ਇਸ ਮਾਮਲੇ ਵਿੱਚ ਔਰਤਾਂ ਦਾ ਪੱਲੜਾ ਭਾਰੀ ਹੁੰਦਾ ਹੈ ਤੇ ਜਦੋਂ ਤੱਕ ਮੈਂ ਕੇਸ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਲੈਂਦੀ ਮੈਂ ਇਸ ਦੇ ਬਾਰੇ ਕੁਝ ਨਹੀਂ ਤੁਹਾਨੂੰ ਕਹਿ ਸਕਦੀ। ਉਹ ਔਰਤ ਰੋਣ ਲੱਗੀ ਤਾਂ ਲਵਪ੍ਰੀਤ ਟੇਬਲ ਤੇ ਰੱਖਿਆ ਪਾਣੀ ਚੁੱਕ ਕੇ ਉਸ ਨੂੰ ਦਿੰਦੇ ਹੋਏ ਕਹਿੰਦੀ ਇਹ ਲਓ, ਪਾਣੀ ਪੀ ਲਓ, ਰੋਵੋ ਨਾ, ਸਭ ਠੀਕ ਹੋ ਜਾਏਗਾ। ਉਹ ਔਰਤ ਕਹਿੰਦੀ ਤੁਸੀਂ ਨਹੀਂ ਜਾਣਦੇ ਮੈਡਮ, ਮੇਰਾ ਘਰ ਜੰਗ ਦਾ ਮੈਦਾਨ ਹੋ ਗਿਆ ਹੈ। ਜਦੋਂ ਵੀ ਬਹੂ ਘਰੇ ਆਉਂਦੀ ਹੈ ਘਰ ਵਿੱਚ ਬਹੁਤ ਲੜਾਈ ਝਗੜੇ ਹੁੰਦੇ ਆ। ਸਕੂਨ ਨਾਲ 2 ਬੁਰਕੀਆਂ ਰੋਟੀ ਖਾਧੇ ਨੂੰ ਵੀ ਬਹੁਤ ਸਮਾਂ ਹੋ ਗਿਆ ਹੈ। ਘਰ ਵਾਲੇ ਦੀ ਸੇਵਾ ਕਰਨਾ, ਘਰ ਦੇ ਹੋਰ ਬਾਕੀ ਸਾਰੇ ਕੰਮ ਜੋ ਮੈਨੂੰ ਹੀ ਦੇਖਣੇ ਪੈਂਦੇ ਆ। ਰਾਤ ਨੂੰ ਮੇਰਾ ਪੁੱਤ ਥੱਕਿਆ ਹਾਰਿਆ ਡਿਊਟੀ ਤੋਂ ਜਦੋਂ ਘਰ ਆਉਂਦਾ ਹੈ ਤਾਂ ਬਹੂ ਦੇ ਲੜਾਈ ਝਗੜੇ ਕਰਕੇ ਉਹ ਵੀ ਟੈਨਸ਼ਨ ਵਿੱਚ ਰਹਿੰਦਾ ਹੈ। ਚੈਨ ਤੇ ਸਕੂਨ ਸਭ ਖਤਮ ਹੋ ਗਿਆ ਹੈ। ਲਵਪ੍ਰੀਤ ਕਹਿੰਦੀ ਠੀਕ ਹੈ, ਤੁਸੀਂ ਪਰੇਸ਼ਾਨ ਨਾ ਹੋਵੋ, ਮੈਂ ਦੇਖਦੀ ਹਾਂ ਮੈਂ ਕੀ ਕਰ ਸਕਦੀ ਹਾਂ। ਤਾਂ ਉਹਨੇ ਚਿਰ ਨੂੰ ਬਾਹਰੋਂ ਦਰਵਾਜ਼ੇ ਤੇ ਇੱਕ ਆਦਮੀ ਅੰਦਰ ਆਇਆ। ਲਵਪ੍ਰੀਤ ਉਸ ਨੂੰ ਦੇਖਦੇ ਹੀ ਪਹਿਚਾਣ ਗਈ, ਇਹ ਤਾਂ ਉਹੀ ਹੈ ਜੋ ਲਵਪ੍ਰੀਤ ਨੂੰ ਦੁਲਹਨ ਦੇ ਰੂਪ ਵਿੱਚ ਸਜੀ ਸਵਰੀ ਹੋਈ ਮੰਡਪ ਵਿੱਚ ਛੱਡ ਕੇ ਆਪਣੀ ਬਰਾਤ ਲੈ ਕੇ ਵਾਪਸ ਚਲਾ ਗਿਆ ਸੀ। ਉਸ ਨੂੰ ਦੇਖਦੇ ਹੀ ਲਵਪ੍ਰੀਤ ਨੂੰ ਇੱਕ ਵਾਰ ਇਸ ਤਰ੍ਹਾਂ ਲੱਗਿਆ ਜਿਵੇਂ ਪੁਰਾਣੇ ਉਹ ਸਾਰੇ ਦੁੱਖ ਭਰੇ ਦਿਨ ਯਾਦ ਆ ਗਏ ਹੋਣ ਤੇ ਉਹ ਖੁਦ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਲੱਗੀ। ਤਾਂ ਉਹ ਔਰਤ ਇਸ਼ਾਰੇ ਨਾਲ ਕਹਿੰਦੀ ਆਓ ਬੇਟਾ ਬੈਠੋ, ਮੈਂ ਮੈਡਮ ਨਾਲ ਸਾਰੀ ਗੱਲ ਕਰ ਲਈ ਹੈ। ਉਹ ਮੁੰਡਾ ਬਹੁਤ ਟੈਨਸ਼ਨ ਵਿੱਚ ਸੀ। ਸ਼ਾਇਦ ਉਸਨੇ ਧਿਆਨ ਹੀ ਨਹੀਂ ਦਿੱਤਾ ਕਿ ਸਾਹਮਣੇ ਬੈਠੀ ਉਹ ਉਹੀ ਔਰਤ ਹੈ ਜਿਸ ਨੂੰ ਕਦੇ ਉਸਨੇ ਮੰਡਪ ਵਿੱਚ ਦੁਲਹਨ ਬਣੀ ਛੱਡ ਦਿੱਤਾ ਸੀ। ਤਾਂ ਅਰਬਾਜ਼ ਕਹਿੰਦਾ ਮੈਡਮ ਤੁਸੀਂ ਕੀ ਡਿਸਾਈਡ ਕੀਤਾ ਸਾਡੇ ਕੇਸ ਦੇ ਬਾਰੇ? ਲਵਪ੍ਰੀਤ ਕਹਿੰਦੀ ਮੈਂ ਤੁਹਾਡਾ ਕੇਸ ਨਹੀਂ ਲੜ ਸਕਦੀ।
अरबाज दी मम्मी कहंदी मैडम जी हुण तां तुसीं किहा सी कि तुसीं केस समझ के फिर दसोगे ते तुसीं हुण मना कर दिता, वो भी बिना पुछे ही। लवप्रीत कहंदी क्योंकि मैनूं पता है गलती तुहाडी ही है ते मैं झूठा केस कदे नहीं लड़ांगी। अरबाज कहंदा पर तुसीं इस तरह किवें कह सकदे हो कि साडा केस झूठा है। लवप्रीत कहंदी ये मैडम कह रही है कि तुसीं कोई दहेज नहीं मंगिया सी ते ਉਹ ਤੁਹਾਨੂੰ हर रोज़ दहेज ਲਈ परेशान करदी है, ਜਦੋਂ कि मैं जानदी हाँ कि तुसीं दहेज ਦੇ किन्ने लोभी हो। इस तो ਪਹਿਲਾਂ ਆਪਣੇ दहेज ਦੇ ਲਈ ही एक दुल्हन ਨੂੰ ਵਿਆਹ ਦੇ ਜੋੜੇ ਵਿੱਚ ਮੰਡਪ ਵਿੱਚ ਛੱਡ ਕੇ ਚਲੇ ਗਏ ਸੀ, याद है ना ਤੁਹਾਨੂੰ। अरबाज कहंदा पर ਤੁਹਾਨੂੰ किस ने दसिया। लवप्रीत हसन लगी ते कहंदी किहो जिहा अजीब इतफाक है ना, जिस कुड़ी नूं तुसीं मंडप ਵਿੱਚ ਵਿਆਹ ਦੇ ਜੋੜੇ ਵਿੱਚ ਛੱਡ ਦਿੱਤਾ ਸੀ ਸਿਰਫ ਦਹੇਜ ਦੇ ਲਈ, ਤੂੰ ਉਸ ਦਾ ਚਿਹਰਾ ਤੱਕ ਵੀ ਨਹੀਂ ਦੇਖਿਆ ਸੀ ਕਿ ਅਸਲੀਅਤ ਵਿੱਚ ਉਸ ਮੰਡਪ ਵਿੱਚ ਜੋ ਲੜਕੀ ਬੈਠੀ ਹੈ ਉਹ ਤੇਰੇ ਕਾਬਲ ਹੈ ਵੀ ਜਾਂ ਨਹੀਂ, ਕਿਉਂਕਿ ਤੂੰ ਵਿਆਹ ਸਿਰਫ ਦਹੇਜ ਨਾਲ ਹੀ ਕਰਨਾ ਚਾਹੁੰਦਾ ਸੀ, ਉਸ ਕੁੜੀ ਨਾਲ ਨਹੀਂ। ਅਰਬਾਜ਼ ਨੇ ਆਪਣੀਆਂ ਨਜ਼ਰਾਂ ਹੇਠਾਂ ਝੁਕਾ ਲਈਆਂ ਤੇ ਕਹਿੰਦਾ ਮੈਂ ਮਜਬੂਰ ਸੀ क्योंकि उत्थे सिर्फ पापा दी चली सी ते मैं पापा नाल बगावत करके कुछ भी करन नूं तैयार नहीं सी। लवप्रीत कहंदी हाँ तां ही तां ये भी नहीं सोचिया कि जिस कुड़ी दे मंडप विचों उस दा दुल्हा वापस चला जांदा है उस नूं समाज विच लोग की ताने दिंदे आ, हर हाल विच दोषी कुड़ी ही मन्नी जांदी है, मुंडे दी कोई गलती नहीं हुंदी। अरबाज दी मम्मी कहंदी पर मैडम तुहानूं ये सब किवें पता। लवप्रीत कहंदी सचमुच तू भोली है जां फिर भोली बनने की कोशिश कर रही है। चलो दस ही दिंदी हाँ कि मैं किवें जानदी हाँ, तां सुनो वो कुड़ी मैं ही सी। थोड़ा गुस्से विच आके लवप्रीत ने कहा जिस नूं तुहाडे लाडले बेटे ने विआह दे मंडप विच छड्ड दिता सी बिना उसदे किसे कसूर दे, सिर्फ दहेज दे लालच विच। अरबाज ते उसदी मम्मी लवप्रीत दे मूहों इहो जिहियां गल्लां सुणदे ही हैरान रह गए, क्योंकि उन्हां नूं तां उम्मीद ही नहीं सी कि ਉਹ घुम फिर के उत्थे ही आ गए ने जिस नूं ਉਹ खुद मंडप विच दहेज दे लालच विच छड्ड के आए सी। दोनों उदास हो के लवप्रीत दे ऑफिस तो निकलण लगे तां लवप्रीत कहंदी रुको, तां ਉਹ दोने उत्थे ही रुक गए। पिछे मुड़ के लवप्रीत नूं देखण लगे तां ਉਹ कहंदी आओ तुसीं दोनों इत्थे बैठो। दोनों आके कुर्सी ते बैठ गए। लवप्रीत ने कहा चंगा होया तुसीं उस दिन मैनूं मंडप विच ही छड्ड दिता, जे विआह के लै जांदे तां मैं तुहाडे घर दी बहू बन के एक दायरे विच सिमट के रह जांदी, पर अज मैं एक सफल वकील बन चुकी हाँ ते पता नहीं किन्ने घरां नूं बर्बाद होण तों बचा चुकी हाँ। तां इस लिहाज नाल तुसीं मैनूं उस दिन छड्ड के चंगा ही कीता। हालांकि उस पल मैनूं ते मेरे घर वालियां नूं बहुत बुरे दौर विचों गुजरना पिया सी, पर कदे कदे घोर हनेरे विच ही उजाले दी किरण दिखाई दिंदी है। तां मेरे लई तां तुहाडा छड्ड जाना मेरे लई मेरी जिंदगी दा खूबसूरत दिन सी। मैनूं तां तुहाडा इस गल लई धन्नवाद करना चाहीदा है। इस लई मैं तुहाडा ये केस लड़न लई तैयार हाँ, पर मैं उस कुड़ी दे नाल भी ना इंसाफी नहीं करांगी। तुसीं उस तों दहेज दे रूप विच जो भी कुछ लिया है उस नूं वापस करना पएगा। जे तुहानूं मंजूर है तां ही मैं इस केस विच हत्थ पावांगी, नहीं तां तुसीं किते होर जा सकदे हो। अरबाज दी मम्मी कहंदी बेटा सानू उस कुड़ी तो छुटकारा दवा दे, धन दौलत की सानू कोई जरूरत नहीं है। जिसने अपने लालच दे लई ये सब कीता सी वो तां खुद ही मंजे ते पिया है, अपने कर्मां दी सज़ा भुगत रहा है। शायद उन्होंने तेरा ते तेरे घर वालियां दा दिल दुखाया सी, इसलिए रब ने उसनू उसकी सज़ा दे दिती। मैं उन्हां दियां बहुत मिन्नतां कीतियां सी कि दहेज ना लो, सानू तां लक्ष्मी दे रूप विच बहू चाहीदी है, पर उसदे लालच ने सारे घर नूं तहस नहस करके रख दिता। तू सानू साडी बहू तो छुटकारा दवा दे, रब तैनू हमेशा इस तरह ही सुखी रखेगा।
ਲਵਪ੍ਰੀਤ ਕਹਿੰਦੀ ਠੀਕ ਹੈ, ਤੁਸੀਂ ਦੋਨੇ ਬੈਠ ਜਾਓ ਤੇ ਸਾਰੀ ਗੱਲ ਸੱਚ ਮੈਨੂੰ ਦੱਸੋ। ਅਰਬਾਜ਼ ਤੇ ਉਸਦੀ ਮੰਮੀ ਲਵਪ੍ਰੀਤ ਨੂੰ ਸਭ ਕੁਝ ਸਹੀ ਦੱਸਣ ਲੱਗੇ। ਲਵਪ੍ਰੀਤ ਉਹਨਾਂ ਦਾ ਕੇਸ ਕੋਰਟ ਵਿੱਚ ਲੜਨ ਲੱਗੀ ਤੇ ਲੰਬੀ ਲੜਾਈ ਦੇ ਬਾਅਦ ਜਿੱਤ ਵੀ ਗਈ। ਅਰਬਾਜ਼ ਤੇ ਉਸਦੇ ਪਰਿਵਾਰ ਨੂੰ ਉਸਦੀ ਪਤਨੀ ਤੋਂ ਛੁਟਕਾਰਾ ਮਿਲ ਗਿਆ। ਅਰਬਾਜ਼ ਦੀ ਮੰਮੀ ਤੇ ਅਰਬਾਜ਼ ਜੋ ਵੀ ਕੁੜੀ ਦੇ ਪਿਓ ਤੋਂ ਦਹੇਜ ਦੇ ਪੈਸੇ ਲਏ ਸੀ ਉਹ ਸਭ ਵਾਪਸ ਕਰ ਦਿੱਤੇ। ਇਸ ਵਿੱਚ ਲਵਪ੍ਰੀਤ ਦੇ ਵਾਰ-ਵਾਰ ਮਿਲਦੇ ਕੇਸ ਦੇ ਸਿਲਸਿਲੇ ਵਿੱਚ ਅਰਬਾਜ਼ ਨੂੰ ਲਵਪ੍ਰੀਤ ਨਾਲ ਪਿਆਰ ਹੋ ਗਿਆ। ਕੇਸ ਖਤਮ ਹੋਣ ਦੇ ਬਾਅਦ ਅਰਬਾਜ਼ ਲਵਪ੍ਰੀਤ ਨੂੰ ਧੰਨਵਾਦ ਕਰਨ ਦੇ ਲਈ ਉਸਦੇ ਆਫਿਸ ਆਇਆ ਤੇ ਕਹਿੰਦਾ, ਲਵਪ੍ਰੀਤ ਜੀ, ਅੱਜ ਤੁਹਾਡੀ ਵਜ੍ਹਾ ਕਰਕੇ ਮੈਂ ਤੇ ਮੇਰੀ ਮਾਂ ਖੁੱਲ੍ਹੀ ਹਵਾ ਵਿੱਚ ਚੈਨ ਦਾ ਸਾਹ ਲੈ ਰਹੇ ਹਾਂ। ਤੁਹਾਡਾ ਬਹੁਤ ਧੰਨਵਾਦ। ਜੇ ਤੁਸੀਂ ਬੁਰਾ ਨਾ ਮੰਨੋ ਤਾਂ ਇੱਕ ਗੱਲ ਕਹਾਂ। ਲਵਪ੍ਰੀਤ ਕਹਿੰਦੀ, ਹਾਂ ਕਹੋ, ਕੀ ਕਹਿਣਾ ਚਾਹੁੰਦੇ ਹੋ? ਅਰਬਾਜ਼ ਕਹਿੰਦਾ, ਮੈਂ ਚਾਹੁੰਦਾ ਹਾਂ ਕਿ ਮੈਂ ਜੋ ਗਲਤੀ ਕੀਤੀ ਹੈ ਉਸ ਨੂੰ ਸੁਧਾਰਾਂ ਤੇ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰ ਲਵਾਂ। ਲਵਪ੍ਰੀਤ ਕਹਿੰਦੀ, ਤੁਹਾਡਾ ਪ੍ਰਸਤਾਵ ਠੀਕ ਹੈ ਪਰ ਤੁਸੀਂ ਮੇਰੇ ਕਾਬਲ ਨਹੀਂ ਹੋ। ਮੇਰੇ ਵੱਲੋਂ ਸੌਰੀ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਮੈਂ ਕਿਸੇ ਬੰਧਨ ਵਿੱਚ ਵੱਜ ਕੇ ਫਿਰ ਤੋਂ ਆਪਣੇ ਕਦਮ ਉੱਥੇ ਰੋਕ ਲਵਾਂ। ਮੈਂ ਆਪਣੇ ਕਦਮ ਅੱਗੇ ਵਧਾ ਲਏ ਨੇ ਤਾਂ ਪਿੱਛੇ ਨਹੀਂ ਮੁੜਾਂਗੀ। ਮੇਰੇ ਮੰਮੀ ਪਾਪਾ ਦੀ ਸੇਵਾ ਕਰਕੇ ਮੈਂ ਖੁਸ਼ ਹਾਂ। ਜਿਨ੍ਹਾਂ ਦੇ ਨਾਲ ਮੈਂ ਆਪਣੇ ਦੁੱਖ ਦੇ ਦਿਨ ਗੁਜ਼ਾਰੇ ਨੇ ਉਹਨਾਂ ਦੇ ਨਾਲ ਆਪਣੀ ਖੁਸ਼ਹਾਲੀ ਦੇ ਦਿਨ ਵੰਡਦੀ ਰਹਾਂਗੀ। ਮੈਨੂੰ ਆਪਣੀ ਜ਼ਿੰਦਗੀ ਵਿੱਚ ਕਿਸੇ ਜੀਵਨ ਸਾਥੀ ਦੀ ਜ਼ਰੂਰਤ ਨਹੀਂ ਹੈ। ਮੈਂ ਔਰਤ ਹੋ ਕੇ ਆਪਣੇ ਸਹੀ ਤੇ ਗਲਤ ਫੈਸਲੇ ਖੁਦ ਕੀਤੇ ਨੇ। ਮੈਂ ਕਿਸੇ ਇਹੋ ਜਿਹੇ ਇਨਸਾਨ ਦੇ ਨਾਲ ਵਿਆਹ ਨਹੀਂ ਕਰ ਸਕਦੀ ਜਿਸ ਨੂੰ ਸਹੀ ਤੇ ਗਲਤ ਦਾ ਵੀ ਪਤਾ ਨਾ ਹੋਵੇ। ਮੈਨੂੰ ਤੁਸੀਂ ਮਾफ़ ਕਰ ਦਿਓ, ਜਿਸ ਨੂੰ ਖੁਦ ਨਹੀਂ ਪਤਾ ਕਿ ਆਪਣੀ ਜ਼ਿੰਦਗੀ ਵਿੱਚ ਅੱਗੇ ਚੱਲ ਕੇ ਉਸਨੇ ਕੀ ਕਰਨਾ ਹੈ। ਮੈਂ ਉਸ ਦੇ ਨਾਲ ਆਪਣੀ ਜ਼ਿੰਦਗੀ ਦੀ ਡੋਰ ਤਾਂ ਬਿਲਕੁਲ ਵੀ ਨਹੀਂ ਬਣ ਸਕਦੀ। ਆਪਣਾ ਰਸਤਾ ਚੁਣ ਲਿਆ ਹੈ। ਮੈਂ ਲਾਚਾਰ ਲੋਕਾਂ ਦੀ ਮਦਦ ਕਰਨਾ ਚਾਹੁੰਦੀ ਹਾਂ। ਮੈਂ ਘਰ ਪਰਿਵਾਰ ਦੇ ਦਾਇਰੇ ਵਿੱਚ ਸਿਮਟ ਕੇ ਮੈਂ ਆਪਣੇ ਰਸਤੇ ਤੋਂ ਭਟਕਣਾ ਨਹੀਂ ਚਾਹੁੰਦੀ। ਮੈਂ ਜੋ ਰਾਹ ਚੁਣਿਆ ਹੈ ਹੁਣ ਉਹੀ ਰਾਹ ਮੈਨੂੰ ਮੇਰੀ ਮੰਜ਼ਿਲ ਤੱਕ ਲੈ ਜਾਏਗਾ ਤੇ ਮੈਂ ਇਸ ਦੇ ਲਈ ਆਖਰੀ ਦਮ ਤੱਕ ਯਤਨ ਕਰਦੀ ਰਹਾਂਗੀ। ਅਰਬਾਜ਼ ਕਹਿੰਦਾ, ਤੂੰ ਇਹ ਸਭ ਤਾਂ ਮੇਰੇ ਨਾਲ ਰਹਿ ਕੇ ਵੀ ਕਰ ਸਕਦੀ ਹੈ ਨਾ। ਮੈਂ ਤੈਨੂੰ ਪੂਰੀ ਆਜ਼ਾਦੀ ਦਿਆਂਗਾ। ਲਵਪ੍ਰੀਤ ਕਹਿੰਦੀ, ਬਿਲਕੁਲ ਨਹੀਂ। ਮੈਂ ਹੁਣ ਕਿਸੇ ਰਿਸ਼ਤੇ ਵਿੱਚ ਬੱਝਣਾ ਨਹੀਂ ਚਾਹੁੰਦੀ। ਹੁਣ ਮੈਂ ਸਾਰੀ ਜ਼ਿੰਦਗੀ ਆਪਣੇ ਮੰਮੀ ਪਾਪਾ ਨਾਲ ਹੀ ਗੁਜ਼ਾਰਨਾ ਚਾਹੁੰਦੀ ਹਾਂ, ਉਹਨਾਂ ਦੇ ਆਖਰੀ ਵਕਤ ਤੱਕ। ਤੇ ਇਸ ਦੇ ਬਾਅਦ ਕੀ ਹੋਏਗਾ ਕੁਝ ਪਤਾ ਨਹੀਂ। ਅਜੇ ਤਾਂ ਮੈਂ ਇੰਨਾ ਹੀ ਸੋਚਿਆ ਹੈ। ਸਿਕਿਉਰਿਟੀ ਗਾਰਡ 2 ਕੱਪ ਚਾਹ ਲੈ ਆਇਆ ਤੇ ਟੇਬਲ ਤੇ ਰੱਖ ਕੇ ਚਲਾ ਗਿਆ। ਅਰਬਾਜ਼ ਕਹਿੰਦਾ, ਜੇ ਤੂੰ ਚਾਹੇ ਤਾਂ ਇੱਕ ਵਾਰ ਹੋਰ ਆਪਣੇ ਫੈਸਲੇ ਤੇ ਵਿਚਾਰ ਕਰ ਸਕਦੀ ਹੈ। ਲਵਪ੍ਰੀਤ ਕਹਿੰਦੀ, ਸੌਰੀ, ਮੈਂ ਕਦੇ ਵੀ ਆਪਣੀ ਲਾਈਫ ਵਿੱਚ ਕਨਫਿਊਜ਼ ਨਹੀਂ ਰਹਿੰਦੀ। ਮੇਰਾ ਟਾਰਗੇਟ ਹਮੇਸ਼ਾ ਕਲੀਅਰ ਹੁੰਦਾ ਹੈ ਕਿਉਂਕਿ ਮੈਂ ਆਪਣੀ ਲਾਈਫ ਵਿੱਚ ਕੀ ਕਰਨਾ ਹੈ ਮੈਨੂੰ ਪਤਾ ਹੈ। ਤੇ ਚਾਹ ਦੇ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੀ, ਚਾਹ ਪੀਓ ਅਰਬਾਜ਼। ਅਰਬਾਜ਼ 1 ਕੱਪ ਚਾਹ ਚੁੱਕ ਕੇ ਪੀਣ ਲੱਗਿਆ ਤੇ ਪੀ ਕੇ ਫਿਰ ਕਹਿੰਦਾ, ਠੀਕ ਹੈ, ਮੈਨੂੰ ਜਾਣਾ ਚਾਹੀਦਾ ਹੈ। ਲਵਪ੍ਰੀਤ ਕਹਿੰਦੀ, ਜੀ ਬਿਲਕੁਲ। ਅਰਬਾਜ਼ ਲਵਪ੍ਰੀਤ ਦੇ ਆਫਿਸ ਤੋਂ ਬਾਹਰ ਨਿਕਲ ਗਿਆ ਤਾਂ ਉਸਨੂੰ ਬਹੁਤ ਦੁੱਖ ਹੋਇਆ ਕਿ ਉਸਦੇ ਇੱਕ ਗਲਤ ਫੈਸਲੇ ਦੀ ਵਜ੍ਹਾ ਕਰਕੇ ਇੱਕ ਸਮਝਦਾਰ ਕੁੜੀ ਉਸਦੀ ਬੀਵੀ ਬਣ ਕੇ ਉਸਦੀ ਜ਼ਿੰਦਗੀ ਵਿੱਚ ਨਹੀਂ ਆ ਸਕੀ। ਨਹੀਂ ਤਾਂ ਅੱਜ ਉਸਦੀ ਜ਼ਿੰਦਗੀ ਸਵਰ ਗਈ ਹੁੰਦੀ। ਲਵਪ੍ਰੀਤ ਅੱਜ ਬਹੁਤ ਖੁਸ਼ ਸੀ ਕਿਉਂਕਿ ਜਿਸ ਨੇ ਕਦੇ ਉਸ ਨੂੰ ਨਾ ਕਿਹਾ ਸੀ ਅੱਜ ਉਸ ਨੇ ਵੀ ਉਸ ਨੂੰ ਨਾ ਕਹਿ ਦਿੱਤੀ। ਦਿਲ ਵਿੱਚ ਕਿਤੇ ਛੁਪਿਆ ਹੋਇਆ ਦਰਦ ਅੱਜ ਉਸ ਦਾ ਹਲਕਾ ਹੋ ਗਿਆ। ਜੋ ਰਹਿ ਕੇ ਸੀਨੇ ਵਿੱਚ ਚੀਸ ਉੱਠਦੀ ਸੀ ਨਾਹ ਸ਼ਬਦ ਦੀ, ਕਾਮਯਾਬ ਹੋਣ ਤੇ ਉਹ ਦਰਦ ਅੱਜ ਉਸ ਦੇ ਚਿਹਰੇ ਤੋਂ ਗਾਇਬ ਹੋ ਚੁੱਕਿਆ ਸੀ। ਉਹ ਅੱਜ ਪੂਰੀ ਤਰ੍ਹਾਂ ਆਪਣੇ ਆਪ ਵਿੱਚ ਸਕੂਨ ਮਹਿਸੂਸ ਕਰ ਰਹੀ ਸੀ। ਲਵਪ੍ਰੀਤ ਅੱਜ ਆਫਿਸ ਤੋਂ ਜਲਦੀ ਨਿਕਲ ਗਈ, ਮਾਰਕੀਟ ਤੋਂ ਮਠਿਆਈ ਪੈਕ ਕਰਵਾਈ ਤੇ ਘਰ ਚਲੀ ਗਈ। ਲਵਪ੍ਰੀਤ ਦੇ ਪਾਪਾ ਪੁੱਛਣ ਲੱਗੇ, ਕੀ ਗੱਲ ਹੈ ਬੇਟਾ, ਅੱਜ ਬਹੁਤ ਖੁਸ਼ ਲੱਗ ਰਹੀ ਹੈ, ਕੋਈ ਕੇਸ ਜਿੱਤ ਗਈ ਹੈ? ਲਵਪ੍ਰੀਤ ਕਹਿੰਦੀ, ਪਾਪਾ, ਕੇਸ ਤਾਂ ਮੈਂ ਹਰ ਦਮ ਜਿੱਤਦੀ ਹਾਂ ਪਰ ਅੱਜ ਤਾਂ ਜਿੱਤ ਮੈਨੂੰ ਮਿਲੀ ਹੈ। ਉਹ ਹਰ ਚੀਜ਼ ਤੋਂ ਅੱਜ ਮੈਂ ਉਸ ਨੂੰ ਨਾਂਹ ਕਹਿ ਦਿੱਤੀ ਜਿਸ ਨੇ ਕਦੇ ਮੈਨੂੰ ਨਾਂਹ ਕਿਹਾ ਸੀ। ਪਾਪਾ ਕਹਿੰਦੇ, ਮਤਲਬ? ਲਵਪ੍ਰੀਤ ਕਹਿੰਦੀ, ਪਾਪਾ, ਜਿਸ ਨੇ ਕਦੇ ਭਰੀ ਜੁੜੀ ਵਿੱਚ ਮੈਨੂੰ ਨਾਂਹ ਕਿਹਾ ਸੀ ਉਹ ਅੱਜ ਮੇਰੇ ਨਾਲ ਵਿਆਹ ਕਰਨ ਦੇ ਲਈ ਪ੍ਰਸਤਾਵ ਲੈ ਕੇ ਆਇਆ ਸੀ।
ਅੱਜ ਮੈਂ ਉਸ ਨੂੰ ਨਾ ਕਹਿ ਦਿੱਤੀ। ਉਸ ਨੂੰ ਵੀ ਸਮਝ ਆਉਣੀ ਚਾਹੀਦੀ ਹੈ ਨਾ ਕਿ ਨਾ ਸ਼ਬਦ ਦਾ ਦਰਦ ਕਿੰਨਾ ਖਤਰਨਾਕ ਹੁੰਦਾ ਹੈ। ਹੌਲੀ ਹੌਲੀ ਕਰਕੇ ਉਹ ਦਿਨ ਗੁਜ਼ਰ ਰਹੇ ਸੀ। ਲਵਪ੍ਰੀਤ ਦੇ ਪਾਪਾ ਅੱਜ ਵੀ ਚਾਹੁੰਦੇ ਸੀ ਕਿ ਉਸ ਦੀ ਬੇਟੀ ਦਾ ਵਿਆਹ ਹੋ ਜਾਏ। ਲਵਪ੍ਰੀਤ ਜਿੱਥੇ ਆਪਣੀ ਵਕਾਲਤ ਕਰ ਰਹੀ ਸੀ, ਉੱਥੇ ਇੱਕ ਆਦਮੀ ਉਸ ਦਾ ਨਾਮ ਸੀ ਜਗਦੀਸ਼, ਜਿਸ ਦੇ 4 ਸਾਲ ਦੀ ਬੇਟੀ ਸੀ। ਉਹ ਬਹੁਤ ਹੀ ਪਿਆਰੀ ਸੀ। ਜਗਦੀਸ਼ ਲਵਪ੍ਰੀਤ ਦਾ ਬਹੁਤ ਵਧੀਆ ਦੋਸਤ ਬਣ ਗਿਆ ਤੇ ਉਸ ਦੀ ਬੇਟੀ ਰੌਣਕ ਲਵਪ੍ਰੀਤ ਨੂੰ ਆਪਣੀ ਮਾਂ ਮੰਨਣ ਲੱਗੀ। ਲਵਪ੍ਰੀਤ ਵੀ ਉਸ ਨੂੰ ਬਹੁਤ ਪਿਆਰ ਕਰਦੀ ਸੀ। ਕਿਤੇ ਨਾ ਕਿਤੇ ਲਵਪ੍ਰੀਤ ਵੀ ਰੌਣਕ ਨਾਲ ਬਹੁਤ ਜ਼ਿਆਦਾ ਜੁੜ ਗਈ ਸੀ। ਦਰਅਸਲ ਜਦੋਂ ਰੌਣਕ ਦਾ ਜਨਮ ਹੋਇਆ ਸੀ ਤਾਂ ਉਸ ਦੀ ਮਾਂ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ। ਜਗਦੀਸ਼ ਦੀ ਰੌਣਕ ਵਿੱਚ ਜਾਨ ਵਸਦੀ ਸੀ, ਇਸ ਲਈ ਉਹ ਉਸ ਨੂੰ ਘਰੇ ਇਕੱਲਾ ਛੱਡ ਕੇ ਨਹੀਂ ਆਉਂਦਾ ਸੀ। ਉਹ ਆਪਣੀ ਬੇਟੀ ਨੂੰ ਆਪਣੇ ਨਾਲ ਲੈ ਕੇ ਆਉਂਦਾ। ਉਸਨੇ ਰੌਣਕ ਦੀ ਦੇਖਭਾਲ ਲਈ ਕਰਨ ਵਾਲੀ ਇੱਕ ਮੇਡ ਰੱਖੀ ਸੀ। ਰੌਣਕ ਉਸ ਮੇਡ ਨੂੰ ਦਾਦੀ ਕਹਿੰਦੀ ਸੀ ਤੇ ਉਹ ਰੌਣਕ ਨੂੰ ਬਹੁਤ ਪਿਆਰ ਕਰਦੀ ਸੀ। ਲਵਪ੍ਰੀਤ ਦੇ ਪਾਪਾ ਲਵਪ੍ਰੀਤ ਦੇ ਵਿਆਹ ਦਾ ਦਬਾਅ ਬਣਾ ਰਹੇ ਸੀ, ਕਿਉਂਕਿ ਉਹ ਨਹੀਂ ਚਾਹੁੰਦੇ ਸੀ ਕਿ ਸਾਰੀ ਜ਼ਿੰਦਗੀ ਉਹਨਾਂ ਦੀ ਬੇਟੀ ਇਕੱਲੇ ਗੁਜ਼ਾਰ ਦੇਵੇ। ਲਵਪ੍ਰੀਤ ਨੇ ਜਗਦੀਸ਼ ਨਾਲ ਇਸ ਵਿਆਹ ਦੇ ਬਾਰੇ ਗੱਲ ਕੀਤੀ ਤਾਂ ਜਗਦੀਸ਼ ਨੇ ਉਸ ਨੂੰ ਹਾਂ ਕਹਿ ਦਿੱਤੀ, ਕਿਉਂਕਿ ਲਵਪ੍ਰੀਤ ਬਹੁਤ ਹੀ ਚੰਗੀ ਮਾਂ ਬਣ ਸਕਦੀ ਸੀ। ਜਗਦੀਸ਼ ਇਹ ਗੱਲ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ, ਇਸ ਲਈ ਜਗਦੀਸ਼ ਨੇ ਵੀ ਇਸ ਵਿਆਹ ਦੇ ਲਈ ਹਾਂ ਕਰ ਦਿੱਤੀ ਤੇ ਫਿਰ ਦੋਨਾਂ ਨੇ ਕੋਰਟ ਮੈਰਿਜ ਕਰ ਲਈ। ਇਸ ਵਿਆਹ ਦੇ ਕਰਕੇ ਲਵਪ੍ਰੀਤ ਦੇ ਮੰਮੀ ਪਾਪਾ ਬਹੁਤ ਜ਼ਿਆਦਾ ਖੁਸ਼ ਸੀ। ਹੁਣ ਉਹਨਾਂ ਦੀ ਚਿੰਤਾ ਖਤਮ ਹੋ ਗਈ ਸੀ ਤੇ ਉਧਰ ਜਗਦੀਸ਼ ਤੇ ਲਵਪ੍ਰੀਤ ਤੇ ਰੌਣਕ ਤਿੰਨੇ ਇੱਕ ਦੂਜੇ ਦੇ ਨਾਲ ਬਹੁਤ ਜ਼ਿਆਦਾ ਖੁਸ਼ ਸੀ। ਤਾਂ ਦੋਸਤੋ, ਇਹ ਸੀ ਆਪਣੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ। ਮਿਲਦੇ ਹਾਂ ਜੀ ਕਿਸੇ ਇੱਦਾਂ ਦੀ ਹੋਰ ਕਹਾਣੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਧੰਨਵਾਦ।